ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠੀ ਸਮੂਹ ਸਾਰੀ ਸਾਧ ਸੰਗਤ, ਸੰਤ ਮਹਾਂਪੁਰਸ਼ ਮਹਾਤਮਾ, ਇਹਨਾਂ ਨੂੰ ਸਾਰਿਆਂ ਨੂੰ ਆਇਆਂ ਨੂੰ ਜੀ ਆ ਕੇ ਆਉਂਦੇ ਹਾਂ ਔਰ ਆਇਆਂ ਨੂੰ ਧੰਨਵਾਦੀ ਹਾਂ। ਸਾਧ ਸੰਗਤ ਜੀ, ਸੰਤ ਮਹਾਰਾਜ ਉਹਦੇ ਅਕਾਲ ਪੁਰਖ ਪਰਮੇਸ਼ਰ ਦੁਨੀਆ 'ਤੇ ਆਏ ਸੀ। ਪਹਿਲੇ ਦਿਨ ਹੀ ਜਿਸ ਦਿਨ ਉਹਨਾਂ ਦੇ ਦਰਸ਼ਨ ਕੀਤੇ ਤਾਂ ਇਉਂ ਲੱਗਾ ਜਿਵੇਂ ਸਾਡੇ ਸਾਹਮਣੇ, ਕਿਉਂਕਿ ਮੇਰਾ ਜਨਮ ਪਹਿਲਾਂ ਮੈਂ ਕ੍ਰਿਸ਼ਨ ਭਗਵਾਨ ਦੇ ਬਖਸ਼ ਸੀ, ਦੇਵੀਆਂ ਨੂੰ ਮੰਨਦੇ ਸੀ, ਪਰ ਮੈਨੂੰ ਇਉਂ ਲੱਗਾ ਜਿਵੇਂ ਕ੍ਰਿਸ਼ਨ ਭਗਵਾਨ ਜੀ ਬੈਠੇ ਨੇ, ਭਗਵਾਨ ਰਾਮ ਬੈਠੇ ਨੇ। ਉਹਨਾਂ ਦੇ ਦਰਸ਼ਨ ਕਰਨ ਸਾਰ ਉਦੋਂ ਬਾਅਦ ਤਾਂ ਮੈਨੂੰ ਕੋਈ ਭੁੱਖ ਰਹਿ ਨਹੀਂ ਗਈ। ਹੁਣ ਵੀ ਇਹੀ ਸੋਚਦਾ ਕਿ ਮਹਾਰਾਜ ਜ਼ਿੰਦਗੀ ਦੇ 40 ਸਾਲ ਬੀਤ ਗਏ ਨੇ, ਕਦੋਂ ਤੁਹਾਡੇ ਦਰਸ਼ਨ ਹੋਣਗੇ। ਉਹਨਾਂ ਦੀ ਬਖਸ਼ ਦੁਆਰਾ ਮਹਾਰਾਜ ਨੇ ਬਚਨ ਕੀਤਾ, ਲੰਗਰ ਦੀ ਸੇਵਾ ਆਪ ਜੀ ਦੀ ਚਰਨਾਂ ਵਿੱਚ ਕਰਦੇ ਹਾਂ। ਸੋ ਸਾਧ ਸੰਗਤ ਕਿਰਪਾ ਕਰੋ, ਅਰਦਾਸ ਕਰੋ, ਇਹ ਸਰੀਰ ਜਿੰਨਾ ਵੀ ਜ਼ਿੰਦਗੀ ਹੈ ਤੁਹਾਡੀ ਸੇਵਾ 'ਚ ਲੰਘੇ। ਸੰਤ ਮਹਾਰਾਜ ਕਿਰਪਾ ਕਰਨ। ਆਈ ਸਮੂਹ ਸਾਰੀ ਸਾਧ ਸੰਗਤ ਜਿਹੜੀ ਸੇਵਾ ਕਰਦੀ ਹੈ, ਉਹਨਾਂ ਦੀ ਸੇਵਾ ਆਪਣੇ ਚਰਨਾਂ ਵਿੱਚ ਕਬੂਲ ਕਰਨ। ਇਹ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਕਬੀਰ ਜੋ ਹਮ ਜੰਤ ਬਜਾਵਤੇ टूट गई सब तार। जंत बेचारा क्या करे जो चले बजामनहार। कबीर संत मुए क्या रोई है जो अपने ग्रह जाए। रोवो साकत बापुरे जो हट हाट बकाए। विछोड़ा सुने डुक बिन डिठे मरियोद। बाज प्यारे अपने बिरही ना तुरोद। बाज प्यारे अपने बिरही नाथ रोद। दर्शन प्यासी दिन रात चिंतवो अंदर नीत। खोल कपट गुर मेलिया नानक हर संग मीत। तू चौ सज्जन मेंडिया ढेई टिट उतार। नैन महंजे तरस दे कद पसी दीदार। जिन्ना अखां ने दीदार तेरा कीता अज तैनू तरसू रहियां। अखां ने दीदार तेरा कीता अज तैनू तरसू रहियां। जिन्ना अखां ने दीदार तेरा कीता अज तैनू तरसदियां। जिन्ना अखां ने दीदार तेरा अज तैनू तरसदियां। अखां ने दीदार तेरा कीता अज तैनू तरसदियां। जिन्ना अखां ने दीदार तेरा कीता अज तैनू तरसदियां। जिन्ना अखां ने दीदार तेरा कीता दीदार तेरा कीता अज तैनू तरसू रहियां। अखां ने दीदार तेरा कीता अज तैनू तरसू रहियां। अखां ने दीदार तेरा कीता अज तैनू तरसदियां। जिन्ना अखां ने दीदार तेरा कीता अज तैनू तरस रहियां। अखां ने
ਮੇਰੇ ਪਿਆਰੇ ਅੱਜ ਤੈਨੂੰ ਤਰਸੂ ਰਹੀਆਂ, ਮੇਰੇ ਪਿਆਰੇ ਅੱਜ ਤੈਨੂੰ ਤਰਸੂ ਰਹੀਆਂ, ਮੇਰੇ ਪਿਆਰੇ ਅੱਜ ਤੈਨੂੰ ਤਰਸ ਰਹੀਆਂ, ਮੇਰੇ ਪਿਆਰੇ ਅੱਜ ਤੈਨੂੰ ਤਰਸ ਰਹੀਆਂ, ਪਿਆਰੇ ਅੱਜ ਤੈਨੂੰ ਤਰਸ ਰਹੀਆਂ, ਮੇਰੇ ਪਿਆਰੇ ਅੱਜ ਤੈਨੂੰ ਤਰਸ ਰਹੀਆਂ। ਬਾਬਾ ਅੱਜ ਤੈਨੂੰ ਤਰਸੂ ਰਹੀਆਂ, ਬਾਬਾ ਅੱਜ ਤੈਨੂੰ ਤਰਸੂ ਰਹੀਆਂ, ਅੱਜ ਤੈਨੂੰ ਤਰਸ ਰਹੀਆਂ, ਵਾਹ 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 ਅੱਜ ਤੈਨੂੰ ਤਰਸ ਰਹੀਆਂ, ਅੱਜ ਤੈਨੂੰ ਤਰਸ ਰਹੀਆਂ, ਵਾਹ 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 ਅੱਜ ਤੈਨੂੰ ਤਰਸ ਰਹੀਆਂ। ਜਿਨ ਅੱਖਾਂ ਮੈਂ ਗੁਜ਼ਾਰ ਤੇਰਾ ਕੀਤਾ, ਦੀਦਾਰ ਤੇਰਾ ਕੀਤਾ, ਅੱਜ ਤੈਨੂੰ ਤਰਸੂ ਰਹੀਆਂ, ਅੱਖਾਂ ਨੇ ਦੀਦਾਰ ਤੇਰਾ ਕੀਤਾ, ਅੱਜ ਤੈਨੂੰ ਤਰਸੂ ਰਹੀਆਂ, ਅੱਖਾਂ ਨੇ ਦੀਦਾਰ ਤੇਰਾ ਕੀਤਾ, ਅੱਜ ਤੈਨੂੰ ਤਰਸ ਰਹੀਆਂ, ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰਾ ਕੀਤਾ, ਅੱਜ ਤੈਨੂੰ ਤਰਸ ਰਹੀਆਂ, ਅੱਖਾਂ ਨੇ ਦੀਦਾਰ ਤੇਰਾ ਕੀਤਾ, ਅੱਜ ਤੈਨੂੰ ਤਰਸ ਰਹੀਆਂ, ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰਾ ਕੀਤਾ, ਅੱਜ ਤੈਨੂੰ ਤਰਸ ਰਹੀਆਂ। ਤੁਰ ਕੇ ਦਿਲਾਂ ਦੇ ਜਾਨੀ ਮੈਂ ਕਿਹਦੇ ਗੱਲ ਰੋਵਾਂ ਲੱਗ ਕੇ, ਤੁਰ ਕੇ ਦਿਲਾਂ ਦੇ ਕਿਹਦੇ ਗੱਲ ਰੋਵਾਂ ਲੱਗ ਕੇ, ਸਾਡੇ ਤੁਰ ਕੇ ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਮੇਰੇ ਤੁਰ ਦੇ ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਤੁਰ ਮੇਰੇ ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਤੁਰ ਕੇ ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਤੁਰ ਕੇ ਮੈਂ ਦਿਲਾਂ ਦੇ ਜਾਨੀ, ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਤੁਰ ਕੇ ਮੈਂ ਦਿਲਾਂ ਦੇ ਕਿਹਦੇ ਗੱਲ ਰੋਵਾਂ ਲੱਗ ਕੇ, ਸਾਡੇ ਤੁਰ ਕੇ ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਓ ਤੁਰ ਕੇ ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਓ ਤੁਰ ਦੇ ਦਿਲਾਂ ਦੇ ਜਾਨੀ ਕਿਹਦੇ ਗੱਲ ਰੋਵਾਂ ਲੱਗ ਕੇ, ਮੇਰੇ ਪਿਆਰੇ ਕਿਹਦੇ ਗੱਲ ਰੋਵਾਂ ਲੱਗ ਕੇ, ਜੀਵਾ ਬਾਵਾ ਕਿਹਦੇ ਗੱਲ ਰੋਵਾਂ ਲੱਗ ਕੇ, ਪਿਆਰੇ ਕਿਹਦੇ ਗੱਲ ਰੋਵਾਂ ਲੱਗ ਕੇ, ਵਾਵਾ ਵਾਵਾ ਕਿਹਦੇ ਗੱਲ ਰੋਵਾਂ ਲੱਗ ਕੇ, ਕਿਹਦੇ ਗੱਲ ਰੋਵਾਂ ਲੱਗ ਕੇ, ਵਾਵਾ ਵਾਵਾ ਕਿਹਦੇ ਗੱਲ ਰੋਵਾਂ ਲੱਗ ਕੇ, ਬਾਬਾ ਕਿਹਦੇ ਗੱਲ ਰੋਵਾਂ ਲੱਗ ਕੇ, ਜੀਵਾ ਬਾਵਾ ਕਿਹਦੇ ਗੱਲ ਰੋਵਾਂ ਲੱਗ ਕੇ, ਵਾਵਾ ਕਿਹਦੇ ਗੱਲ ਰੋਵਾਂ ਲੱਗ ਕੇ, ਵਾਵਾ ਵਾਵਾ ਕਿਹਦੇ ਗੱਲ ਰੋਵਾਂ ਲੱਗ ਕੇ, ਵਾਵਾ ਕਿਹਦੇ ਗੱਲ ਰੋਵਾਂ ਲੱਗ ਕੇ, ਵਾਵਾ
ਤੇ ਗੱਲ ਰੋਵਾਂ ਲੱਗ ਦੁਰਗਨ ਦੀ ਨਾਂ ਦੇ ਕਿਤੇ ਗੱਲ ਰੋਵਾਂ ਲੱਗ ਕੇ ਦਿਲਾਂ ਦੇ ਜਾਨੀ ਕਿਦੇ ਗਲ ਰੋਵਾਂ ਲੱਗ ਕੇ ਤੁਰ ਗਏ ਦਿਲਾਂ ਦੇ ਜਾਨੀ ਕਿਦੇ ਗਲ ਰੋਵਾਂ ਲੱਗ ਕੇ ਤੁਰ ਗਏ ਦਿਲਾਂ ਦੇ ਜਾਨੀ ਕਿਦੇ ਗਲ ਰੋਵਾਂ ਲੱਗ ਕੇ ਜਿਨ ਮਹਿੰਦੇ ਰੰਗ ਲੈ ਜਾਏ ਤੁਤੇ ਜੀਰਾਨ ਹੋ ਵੀ ਵੰਜਾਂ ਡੂਮਣੀ ਹੋ ਰੋਵਾਂ ਚੀ ਬਾਣ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਬਹੁਤ ਲੰਬੇ ਸਮੇਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਬੈਠ ਕੇ ਧੰਨ ਧੰਨ ਸੰਤ ਬਾਬਾ ਈਸ਼ਰ ਸਰਾੜਾ ਸਾਹਿਬ ਵਾਲੇ ਉਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਬੈਠੇ ਹੋ। ਐਵੇਂ ਨਹੀਂ ਫਰੀਦ ਫਰੀਦ ਪੁਕਾਰ ਪੈ ਗਈ, ਫਰੀਦ ਰੱਬ ਰੱਬ ਪੁਕਾਰਦਾ ਏ। ਜਿਵੇਂ ਫਰੀਦ ਨੇ ਰੱਬ ਨੂੰ ਯਾਦ ਕੀਤਾ, ਰੱਬ ਫਰੀਦ ਨੂੰ ਆਵਾਜ਼ਾਂ ਮਾਰਦਾ ਏ। ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ, ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ। ਕੌਣ ਸੱਚੇ ਪਰਵਦਗਾਰ ਦਾ ਏ। ਆ ਦੀਵਾਨੀਆਂ ਯਾਰ ਦੀ ਦੀਦ ਬਦਲੇ ਰੱਬ ਬੰਦਿਆਂ ਦਾ ਰੂਪ ਧਾਰਦਾ ਏ। ਸੰਤ ਮਹਾਰਾਜ ਜਿਨ੍ਹਾਂ ਦੀ ਅੱਜ 40ਵੀਂ ਬਰਸੀ ਮਨਾਈ ਜਾ ਰਹੀ ਹੈ, ਸਾਨੂੰ ਤੇ ਅੱਜ ਵੀ ਲੱਗਦਾ ਜਿਵੇਂ ਹੁਣੇ ਗਏ। ਸਿਆਣੇ ਕਹਿੰਦੇ ਨੇ ਉਹ ਗਲੀ ਜਿਹੜੀ ਪਿਆਰੇ ਦੇ ਦੇਸ਼ ਨੂੰ ਜਾਂਦੀ ਹੈ, ਇਹ ਰੋਡ ਲੀਡਸ ਟੂ ਦਾ ਹਾਊਸ ਆਫ ਏ ਫਰੈਂਡ ਇਜ਼ ਨੈਵਰ ਲੌਂਗ। ਉਹ ਗਲੀ ਜਿਹੜੀ ਪਿਆਰੇ ਦੇ ਦੇਸ਼ ਨੂੰ ਜਾਂਦੀ ਕਦੀ ਲੰਬੀ ਨਹੀਂ ਹੁੰਦੀ, ਉਹ ਸੜਕ ਕਦੀ ਲੰਬੀ ਨਹੀਂ ਹੁੰਦੀ। ਕਈ ਵਾਰੀ ਜ਼ਿੰਦਗੀ ਆਪਣੇ ਆਪ ਤੇ ਬੋਝ ਬਣ ਕੇ ਰਹਿ ਜਾਂਦੀ ਹੈ। ਇਸ 40 ਸਾਲ ਦੀ ਉਮਰ ਦੇ ਸਮੇਂ ਦੇ ਵਿੱਚ ਜੀਵਨ ਇਸੇ ਤਰ੍ਹਾਂ ਹੀ ਕੁਝ ਗੁਜ਼ਰਿਆ। ਹਰ ਕਦਮ ਮੋੜ ਤੇ ਜ਼ਿੰਦਗੀ ਦੀ ਆਸ ਮੁਕਾਈ ਬੈਠੇ ਆ, ਆਸ ਮੁਕਾਈ ਫਿਰਦੇ ਆ। ਜੀਵਨ ਦੇ ਹਰ ਕਦਮ ਤੇ ਹਰ ਮੋੜ ਤੇ ਜੀਵਨ ਦੀ ਆਸ ਮੁਕਾਈ ਫਿਰਦੇ ਆ। ਜ਼ਿੰਦਗੀ ਤੇ ਜ਼ਿੰਦਗੀ ਕੀ ਰਹਿ ਗਈ, ਹੁਣ ਤਾਂ ਇੰਜ ਲੱਗਦਾ ਆਪਣੀ ਲਾਸ਼ ਨੂੰ ਆਪੇ ਉਠਾਈ ਫਿਰਦੇ ਹਾਂ। ਸੱਜਣੋ, ਪਿਆਰ ਦੀ ਗੱਲ ਕਈ ਵਾਰੀ ਕਿਤੇ ਗੱਲਾਂ ਚੱਲਦੀਆਂ ਨੇ, ਪਿਆਰ ਅੱਖਰ ਕੈਸਾ ਹੈ, ਇੱਕ ਵਾਰੀ ਕਹਿ ਦਿਓ ਬਹਿਰੂ। ਕਿਸੇ ਨੇ ਸਵਾਲ ਕੀਤਾ, ਕਹਿੰਦੇ ਸੰਤ ਜੀ ਦੁਨੀਆ ਦੇ ਵਿੱਚ ਲੋਕੀ ਕੋਈ ਥੋੜੇ ਸਮੇਂ ਲਈ ਜਿੰਨਾ ਮਰਜ਼ੀ ਪਰਿਵਾਰ ਦਾ ਕੋਈ ਨੇੜੇ ਦਾ ਕੋਈ ਮੈਂਬਰ ਰੱਬ ਨੂੰ ਪਿਆਰਾ ਹੋ ਜੇ, ਕੋਈ 2 ਮਹੀਨੇ, ਕੋਈ 6 ਮਹੀਨੇ, ਕੋਈ 10 ਮਹੀਨੇ, ਕੋਈ ਸਾਲ 2 ਸਾਲ ਰੋ ਕੇ ਚੁੱਪ ਕਰ ਜਾਂਦਾ। ਪਰ ਉਹ ਚੁੱਪ ਕਰ ਜਾਂਦੇ ਨੇ, ਉਹ ਚੁੱਪ ਇਸ ਕਰਕੇ ਕਰਦੇ ਨੇ ਕਿ ਉਹਦੇ ਪਿੱਛੇ ਇੱਕ ਸਵਾਰਥ ਲੁਕਿਆ। ਇੱਕ ਵਾਰੀ ਕਹਿ ਦਿਓ ਵੈਰੂ, ਉਹਦੇ ਪਿੱਛੇ ਇੱਕ ਸਵਾਰਥ ਲੁਕਿਆ। ਮੋਹ ਦੀਆਂ ਜੜ੍ਹਾਂ ਪਤਾਲ ਦੇ ਵਿੱਚ ਨੇ, ਪਤਾਲ ਦੇ ਵਿੱਚ। ਪਰ ਇਹ ਜੜ੍ਹਾਂ ਕਿਵੇਂ ਟੁੱਟਣ? ਪਾਤਸ਼ਾਹ ਕਹਿੰਦੇ ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੈਂ ਰੱਖਾ ਹਰ ਹਰ ਏਕ। ਉਹ ਮੋਹ ਦੀਆਂ ਜਿਹੜੀਆਂ ਜੜ੍ਹਾਂ ਨੇ ਨਾ, ਇਹ ਹੈ ਤੇ ਪਤਾਲ ਦੇ ਵਿੱਚ, ਪਰ ਇਹ ਉਖੜ ਵੀ ਛੇਤੀ ਜਾਂਦੀਆਂ ਨੇ। ਪਰ ਜਿਹੜੀਆਂ ਪਿਆਰ ਦੀਆਂ ਜੜ੍ਹਾਂ ਨੇ ਨਾ, ਪਿਆਰ ਜਿਹਦੇ ਅੱਗੇ ਅੱਧਾ ਪੈ ਪੈਂਦਾ, ਉਹ ਅੱਧਾ ਪੈ ਇਹ ਕਹਿੰਦਾ ਕਿ ਪਿਆਰ ਕਦੇ ਵੀ ਪੂਰਾ ਨਹੀਂ ਹੁੰਦਾ। ਇਹ ਪਿਆਰ ਕਦੇ ਵੀ ਪੂਰਾ ਨਹੀਂ ਹੁੰਦਾ, ਇਹ ਪਿਆਰ ਵੱਧਦਾ ਹੀ ਜਾਂਦਾ। ਕਬੀਰ ਜੀ ਨੇ ਕਿਹਾ ਸੀ, ਬਿਰੇ ਵਿਹੰਗਮ ਮਨ ਬਸੇ ਮੰਤਨ ਮਨੇ ਕੋਏ। ਬੜੇ ਬੜੇ ਮੰਤਰੀ ਨੇ, ਠੂਹਿਆਂ ਦੇ ਦਾ ਇਲਾਜ ਕਰਨ ਵਾਲੇ ਠੂਹਾਂ ਡੰਗ ਜੇ,
ਮੰਤਰ ਪੜਨ ਵਾਲੇ ਮਿਲ ਜਾਂਦੇ ਨੇ, ਸੱਪ ਡੰਗ ਜੇ ਸੱਪਾਂ ਦੇ ਬੜੇ ਬੜੇ ਮੰਤਰੀ ਮਿਲ ਜਾਂਦੇ ਨੇ, ਪਰ ਕਹਿੰਦੇ ਨੇ ਕੋਈ ਇਹੋ ਜਿਹਾ ਮੰਤਰੀ ਵੀ ਹੈ ਜਿਹੜਾ ਕਿਸੇ ਰੱਬ ਦੇ ਬੰਦੇ ਨੂੰ ਵਿਰਾਗ ਰੂਪੀ ਸੱਪ ਦਾ ਡੰਗਿਆ ਦਾ ਕੋਈ ਇਲਾਜ ਕਰਦੇ। ਕਹਿੰਦੇ ਨਾ, ਉੱਥੇ ਕੋਈ ਮੰਤਰ ਚੱਲਦੇ, ਕਹਿੰਦੇ ਨਾ। ਕਬੀਰ ਬਿਰੇ ਭਿਅੰਗਮ ਮਨ ਬਸੇ, ਮੰਤ ਨ ਮੰਨੈ ਕੋਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਹਿੰਦੇ ਰੱਬ ਦਾ ਪਿਆਰਾ ਜਿਹੜਾ ਉਹ ਜਿਉਂਦਾ ਨਹੀਂ, ਜੇ ਉਹ ਜਿਉਂਦਾ ਤਾਂ ਦੁਨੀਆ ਦੇ ਵਿੱਚ ਬੌਰਾ ਹੋ ਜਾਂਦਾ, ਦੀਵਾਨਾ ਹੋ ਜਾਂਦਾ। ਮਹਾਰਾਜ ਦੀ ਤੁਸੀਂ ਬਰਸੀ ਮਨਾ ਰਹੇ ਹੋ, ਜਿਨ੍ਹਾਂ ਦਿਨਾਂ ਦੇ ਵਿੱਚ ਮਹਾਂਪੁਰਖਾਂ ਦੇ ਚਰਨਾਂ 'ਚ ਗਏ, ਸੱਚ ਕਰਕੇ ਜਾਣਿਓ ਇਹਨਾਂ ਗੱਡੀਆਂ ਤੇ ਸਫ਼ਰ ਬੜਾ ਲੰਬਾ ਲੱਗਦਾ ਹੈ, ਪਰ ਕਦੀ ਸਾਈਕਲ ਤੇ ਜਾਂਦੇ ਸਾਂ ਤੇ ਇੰਜ ਲੱਗਦੇ ਸਾਂ ਰਾਣਾ ਸਾਹਿਬ ਆ ਗਿਆ ਜੀ, ਆ ਗਿਆ। ਮਹਾਰਾਜ ਤਿੰਨ ਗੱਲਾਂ ਤੇ ਬੜਾ ਜ਼ੋਰ ਦਿੰਦੇ ਸਨ। ਜਿਹਨੇ ਆਪਣੀ ਜ਼ਿੰਦਗੀ ਬਣਾਉਣੀ, ਜਿਹਨੇ ਆਪਣਾ ਜੀਵਨ ਬਣਾਉਣਾ, ਮਹਾਰਾਜ ਕਹਿੰਦੇ ਹੁੰਦੇ ਸੀ ਕਿਆ ਕਰਦੇ ਸਨ, ਅੰਮ੍ਰਿਤ ਛਕਣ ਤੋਂ ਬਾਅਦ ਇੱਕ ਅੰਮ੍ਰਿਤ ਵੇਲਾ ਨਾ ਛੱਡਿਓ, ਅੰਮ੍ਰਿਤ ਵੇਲੇ ਦਾ ਜਾਗਣਾ ਬੰਦ ਨਾ ਕਰਿਓ ਜੀ, ਅੰਮ੍ਰਿਤ ਵੇਲੇ ਦਾ ਇਸ਼ਨਾਨ ਨਾ ਬੰਦ ਕਰਿਓ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਜਾਂ ਨਾਮ ਜਪਣਾ ਬੰਦ ਨਾ ਕਰਿਓ। ਮਹਾਂਪੁਰਖ ਕਹਿੰਦੇ ਸੀ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਕਿ ਤੁਹਾਡੇ ਘਰ ਕੋਈ ਬਿਮਾਰੀ ਰਹਿ ਜੇ, ਤੁਹਾਡੇ ਘਰ ਕੋਈ ਦੁੱਖ ਰਹਿ ਜੇ, ਸਵਾਲ ਹੀ ਪੈਦਾ ਨਹੀਂ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਪਦਾਰਥ ਦੀ ਕਮੀ ਆ ਜਾਏ। ਬਾਬਾ ਜੀ ਕਹਿੰਦਾ ਹੁੰਦਾ ਸੀ, ਕਹਿੰਦਾ ਇੱਕ ਬੰਦੂਕ ਉਹ ਹੈ, ਇੱਕ ਵਾਰੀ ਕਹਿ ਦਿਓ ਬਾਹਰੋਂ, ਜਿਹਦੇ ਵਿੱਚ ਕੱਚਾ ਕਾਰਤੂਸ ਹੁੰਦਾ, ਕੱਚਾ ਜਾਨਵਰ ਜੂਨ ਡਾਉਣ ਵਾਸਤੇ ਜਾਂ ਮਾਰਨ ਵਾਸਤੇ ਮਾੜੇ ਮੋਟੇ, ਉਹ ਘੋੜਾ ਉਹਦੇ ਲਈ ਵੀ ਦੱਬਿਆ ਜਾਂਦਾ ਹੈ, ਟਰਾਈਗਰ ਜਿਹਨੂੰ ਕਹਿੰਦੇ ਨੇ। ਇੱਕ ਕਾਰਤੂਸ ਹੁੰਦਾ ਪੱਕਾ, ਜਿਹੜਾ ਪੱਕਾ ਕਾਰਤੂਸ ਆ ਨਾ ਉਹ ਮਹਿੰਗਾ ਵੀ ਹੁੰਦਾ, ਪਰ ਜਦੋਂ ਚੱਲਦਾ ਨਾ, ਜਿਸ ਜਾਨਵਰ ਨੂੰ ਵੱਜਦਾ ਜਾ ਕੇ ਜਾਂ ਪੰਛੀ ਨੂੰ ਜਾ ਕੇ ਵੱਜਦਾ ਨਾ, ਉਹਨੂੰ ਗੁਰੂ ਕਿਸਮ ਪੁੱਠਾ ਕਰਕੇ ਰੱਖ ਦਿੰਦਾ। ਸੰਤ ਮਹਾਰਾਜ ਕਹਿੰਦੇ ਹੁੰਦੇ ਸੀ ਜੇ ਤੁਹਾਡਾ ਜੀਵਨ ਅਮਲੀ ਹੈ, ਅਮਲ ਸੇ ਜ਼ਿੰਦਗੀ ਬਣਤੀ ਹੈ ਜਨਤ ਵੀ ਔਰ ਜਨਮ ਵੀ। ਜੇ ਤੁਹਾਡੀ ਜ਼ਿੰਦਗੀ ਚੰਗੇ ਪਾਸੇ ਜਾ ਰਹੀ ਹੈ ਤੇ ਤੁਹਾਡੀ ਜ਼ਿੰਦਗੀ ਸਵਰਗ ਬਣਦੀ ਜਾ ਰਹੀ ਹੈ, ਜੇ ਤੁਹਾਡੀ ਜ਼ਿੰਦਗੀ ਮਾੜੇ ਪਾਸੇ ਜਾ ਰਹੀ, ਤੁਹਾਡੀ ਜ਼ਿੰਦਗੀ ਨਰਕ ਬਣਦੀ ਜਾ ਰਹੀ ਹੈ। ਮਹਾਰਾਜ ਕਹਿੰਦੇ ਹੁੰਦੇ ਸੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਵੇਲਾ ਨਾ ਛੱਡਿਓ ਜੀ। ਇੱਕ ਦੋ ਬਚਨ ਹੋਰ ਬੜੇ ਕੰਮ ਦੇ ਕੀ, ਉਹਨਾਂ ਦੇ ਇੱਕ ਇੱਕ ਬਚਨ ਦੇ ਵਿੱਚ ਪਤਾ ਨਹੀਂ ਕਿੰਨੇ ਗ੍ਰੰਥਾਂ ਦਾ ਗਿਆਨ ਲੁਕਿਆ ਹੁੰਦਾ ਸੀ। ਇੱਕ ਇੱਕ ਸ਼ਬਦ ਦੇ ਵਿੱਚ ਪਤਾ ਨਹੀਂ ਕਿੰਨੇ ਗ੍ਰੰਥਾਂ ਦਾ ਗਿਆਨ ਲੁਕਿਆ ਹੁੰਦਾ ਸੀ। ਇੱਕ ਇੱਕ ਸ਼ਬਦ ਦੇ ਵਿੱਚ ਪਤਾ ਨਹੀਂ ਕਿੰਨਾ ਕੁਝ ਕਹਿ ਜਾਂਦਾ ਸੀ। ਪਰ ਮਹਾਰਾਜ ਕਹਿੰਦੇ ਹੁੰਦੇ ਸੀ ਨਿਤਨੇਮ ਉਹਨੂੰ ਕਹਿੰਦੇ ਨੇ, ਸਾਡੇ ਵਾਂਗੂ ਨਹੀਂ ਹੁਣ ਕਰ ਲਾਂਗੇ, ਠਹਿਰ ਕੇ ਕਰ ਲਾਂਗੇ, ਮਾਫ ਕਰਨਾ ਗੁਰੂ ਕੀ ਸੰਗਤ, ਫੇਰ ਉੱਠਾਂਗੇ, ਘੜੀ ਠਹਿਰ ਕੇ ਉੱਠਾਂਗੇ, ਟੁੱਕ ਦਮ ਕਰਾਰੀ ਜਿਉ ਕਰੇ ਹਾਜ਼ਰ ਹਜ਼ੂਰ ਖੁਦਾਏ। ਕਬੀਰ ਜੀ ਕਹਿੰਦੇ ਨੇ। ਬਾਬਾ ਜੀ ਕਿਆ ਕਰਦੇ ਸਨ, ਜੋ ਦਾਸ ਦੀ ਜ਼ਿੰਦਗੀ 'ਚ ਜਿੰਨਾ ਵੀ ਸਮਾਂ ਮਿਲਿਆ, ਭਾਵੇਂ ਸਮਾਂ ਥੋੜਾ ਸੀ, ਕਈ ਵਾਰੀ ਕੀਰਤਨ ਦੇ ਵਿੱਚ ਅਸੀਂ ਵੀ ਬੇਨਤੀ ਕਰ ਦਿੰਦੇ ਹਾਂ, ਕਈ ਵਾਰੀ ਕੀਰਤਨ ਦੇ ਵਿੱਚ ਵਿਚਾਰ ਚੱਲਦੀ ਹੈ, ਮਹਾਂਪੁਰਖ ਬੈਠੇ ਨੇ, ਕੀਰਤਨ 1 ਘੰਟਾ ਕਰ ਦੇਣਾ ਕੋਈ ਬਹੁਤ ਵੱਡੀ ਗੱਲ ਨਹੀਂ, 2 ਘੰਟੇ ਕਰ ਦੇਣਾ ਬਹੁਤ ਵੱਡੀ ਗੱਲ ਨਹੀਂ, ਕੀਰਤਨ 10 ਘੰਟੇ ਜਾਂ 20 ਘੰਟੇ ਕਰ ਦੇਣਾ ਕੋਈ ਬਹੁਤ ਵੱਡੀ ਗੱਲ ਨਹੀਂ, ਕੀਰਤਨ 1 ਮਿੰਟ ਸੁਣ ਕੇ ਮੰਨ ਲੈਣਾ ਇਹ ਸਭ ਤੋਂ ਵੱਡੀ ਗੱਲ ਹੈ। ਸਭ ਤੋਂ ਵੱਡੀ ਗੱਲ ਹੈ 1 ਮਿੰਟ ਸੁਣ ਕੇ ਮੰਨ ਲੈਣਾ। ਲਾ ਇੰਨੀ ਗੱਲ ਹੀ ਹੈ ਨਾ। ਅੰਮ੍ਰਿਤ ਛਕੋ ਜੀ, ਅੰਮ੍ਰਿਤ ਵੇਲੇ ਜਾਗਿਆ ਕਰੋ ਜੀ, ਨਿਤਨੇਮ ਕਰਿਆ ਕਰੋ, ਬਾਣੀ ਪੜਿਆ ਕਰੋ, ਗੁਰੂ ਘਰ ਆਇਆ ਕਰੋ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰੋ। ਲਾ ਕਈ ਜ਼ਿੰਦਗੀਆਂ ਲੱਗ ਜਾਂਦੀਆਂ ਨੇ ਬਚਨ ਮੰਨਣ ਲੱਗਿਆ। ਇੱਕ ਵਾਰੀ ਕਹਿ ਦਿਓ ਬਾਹਰ, ਇਸ ਗੱਲ ਨੂੰ ਕਹਿਣ ਵਾਲੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਥਨੀ ਕਰਨ ਵਾਲੇ ਕਰੋੜਾਂ ਮਿਲ ਜਾਣਗੇ, ਪਰ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਚੱਲੂਗਾ, ਮਾਫ ਕਰਨਾ ਕੋਈ ਵਿਰਲਾ ਹੀ ਮਿਲੂਗਾ ਜਿਹੜਾ ਕਰਨੀ ਤੇ ਜ਼ੋਰ ਦਿੰਦਾ। ਕਰਨੀ ਦੇ ਅਕਸਰ ਕਿਆ ਕਰਦੇ ਨੇ ਸਨ ਬਾਬਾ ਜੀ, ਕਰੋੜਾਂ ਮਨ ਕਿਤਾਬੀ ਗਿਆਨ ਦੇ ਨਾਲੋਂ
ਇੱਕ ਸਿਮਰਨ ਦੀ ਰਤੀ ਮਹਾਂਪੁਰਖੋ ਕਰੋੜਾਂ ਗੁਣਾ ਅੱਗੇ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸਿਮਰਨ ਦੇ ਉੱਤੇ ਇੰਨਾ ਜ਼ੋਰ ਦਿੰਦੇ ਸਨ ਮਹਾਰਾਜ ਦੇ ਜਿੰਨੇ ਵੀ ਪੁਰਾਣੇ ਸੰਗੀ ਸਨ। ਹਰ ਕਾ ਨਾਮ ਨਿਤ ਨਿਤ ਧਿਆਈ, ਹਰ ਕਾ ਨਾਮ ਨਿਤ ਨਿਤ ਧਿਆਈ। ਨਾਮ ਹਿਰਦੈ ਨਿਤ ਧਿਆਈ, ਹਰ ਕਾ ਨਾਮ ਹਿਰਦੈ ਨਿਤ ਧਿਆਈ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਹਰ ਕਾ ਨਾਮ ਹਿਰਦੈ ਨਿਤ ਧਿਆਈ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਹਰ ਕਾ ਨਾਮ ਹਿਰਦੈ ਨਿਤ ਧਿਆਈ। ਸੰਗੀ ਸਾਥੀ ਸਗਲ ਤਰਾਈ, ਸੰਗੀ ਸਾਥੀ ਸਗਲ ਤਰਾਈ। ਸੰਗੀ ਸਾਥੀ ਸਗਲ ਤਰਾਈ, ਸੰਗੀ ਸਾਥੀ ਸਗਲ ਤਰਾਈ। ਉਹ ਮਹਾਂਪੁਰਖਾਂ ਦੇ ਸੰਗੀ ਕਿਹੋ ਜਿਹੇ ਸਨ? ਸਤ ਸੰਗੀ ਕਿੰਨੇ ਕਿਹੋ ਜਿਹੇ ਸਨ? ਜਿੱਥੇ 2 ਵੱਜਦੇ ਸਨ, ਚਾਹੇ ਕੋਈ ਅਨਪੜ੍ਹ ਸੀ, ਚਾਹੇ ਕੋਈ ਪੜ੍ਹਿਆ ਲਿਖਿਆ ਸੀ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾ ਉਹ 2-2.5 ਘੰਟੇ ਲਈ ਨਾ, ਸਰਦੀਆਂ ਦੇ ਦਿਨ ਹੁੰਦੇ ਤੇ ਕੱਪੜੇ ਦੀ ਬੁੱਕਲ ਮਾਰ ਕੇ ਬਹਿ ਜਾਂਦਾ। ਮੁੱਕਦੀ ਗੱਲ ਕੀ, ਜਿਨ੍ਹਾਂ ਨੇ ਨਿਤਨੇਮੀ ਜ਼ਿੰਦਗੀ ਦੇ ਵਿੱਚ ਛੱਡਿਆ। ਜਿਸ ਬੰਦੇ ਦੇ ਘਰ ਵਿੱਚ ਨਿਤਨੇਮ ਹੈ, ਖਾਲਸਾ ਦੀ ਉਸ ਘਰ ਦੀ ਢਹਿੰਦੀ ਕਲਾ ਕਿਤੇ ਹੋ ਸਕਦੀ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮੁੱਕਦੀ ਗੱਲ ਕੀ, ਨਾਮ ਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ ਨੇ, ਬੜੀਆਂ ਬੜੀਆਂ ਬਰਕਤਾਂ ਨੇ। ਬੜੇ ਬੜੇ ਮਹਾਂਪੁਰਖ ਜ਼ਿੰਦਗੀ 'ਚ ਵੇਖੇ। ਕਈ ਵਾਰੀ ਸਾਧ ਸੰਗਤ ਦੀ ਐਸੇ ਮਹਾਂਪੁਰਸ਼ ਵੀ ਮਿਲੇ ਜਿਨ੍ਹਾਂ ਦੇ ਦਰਸ਼ਨ ਕਰਕੇ ਨਾ, ਜਿਨ੍ਹਾਂ ਨੇ ਇੱਕ ਵਾਰੀ ਪਿਛੋਕੜ ਵੀ ਯਾਦ ਕਰਾਤਾ। ਮੁੱਕਦੀ ਗੱਲ ਕੀ, ਗੁਰੂ ਕੀ ਸੰਗਤ, ਉਹਨਾਂ ਦੀਆਂ ਬਖਸ਼ਿਸ਼ਾਂ ਕੀ ਕੀ ਦੱਸੀਏ। ਸਭ ਤੋਂ ਵੱਡੀ ਕਿਰਪਾ ਉਹ ਇਹ ਕਰਦੇ ਸਨ ਕਿ ਤੁਸੀਂ ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਜਪੋ। ਇਸ ਗੱਲ ਦੇ ਉੱਤੇ ਬਾਬਾ ਜੀ ਇੰਨਾ ਸਟ੍ਰੈਸ ਪਾਉਂਦੇ ਸਨ, ਜ਼ੋਰ ਪਾਉਂਦੇ ਸਨ। ਇੱਕ ਵਾਰੀ ਇਸ ਸਰੀਰ ਨੇ ਬੇਨਤੀ ਕੀਤੀ, ਬਾਬਾ ਜੀ ਅੰਮ੍ਰਿਤ ਵੇਲੇ ਨੀਂਦ ਜ਼ੋਰ ਬੜਾ ਪਾਉਂਦੀ ਹੈ, ਸਵੇਰੇ ਕਈ ਵਾਰੀ ਉੱਠਿਆ ਨਹੀਂ ਜਾਂਦਾ। ਜਵਾਬ ਕੀ ਸੀ? ਕਹਿੰਦੇ ਨੇ ਸੌਣਾ ਹੀ ਕਾਹਨੂੰ ਹੈ, ਬਾਣੀ ਨਹੀਂ ਪੜਦਾ ਤੂੰ? ਛੋਟੀ ਜੀ ਹਾਸੀ ਹੱਸ ਕੇ ਤੇ ਥੋੜਾ ਜਿਹਾ ਘੂਰ ਕੇ ਲੱਗੇ ਕਹਿਣ, ਕਹਿੰਦੇ ਬਾਣੀ ਨਹੀਂ ਪੜਦਾ ਤੂੰ? ਮਾਫ ਕਰਨਾ, ਰਾਤਾਂ ਕਿਤੇ ਸੌਣ ਵਾਸਤੇ ਬਣੀਆਂ ਨੇ, ਰਾਤਾਂ ਤੇ ਨਾਮ ਜਪਣ ਵਾਸਤੇ ਬਣੀਆਂ ਨੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਰਾਤਾਂ ਨਾਮ ਜਪਣ ਵਾਸਤੇ ਬਣੀਆਂ ਨੇ। ਭਿੰਨੀ ਰਹਿਣੜੀਏ ਚਮਕਣ ਤਾਰੇ, ਰਾਤੀ ਜਾਗਣ ਸੰਤ ਜਣਾ ਮੇਰੇ ਰਾਮ ਪਿਆਰੇ। ਕਹਿੰਦੇ ਰਾਤਾਂ ਦਾ ਜਾਗਣ ਵਾਸਤੇ ਬਣੀਆਂ ਨੇ। ਕਹਿੰਦੇ ਸੌਣਾ ਹੀ ਕਾਹਨੂੰ ਹੈ, ਜਿੰਨੇ ਚਿਰ ਨਿਤਨੇਮ ਨਾ ਹੋ ਜਾਏ। ਪਰ ਜ਼ਿੰਦਗੀ ਦੇ 40 ਸਾਲ ਗੁਜ਼ਰ ਗਏ ਨੇ ਖਾਲਸਾ ਜੀ, ਪਰ ਉਸ ਬਚਨ ਨੂੰ ਅੱਜ ਵੀ ਪੱਲੇ ਬੰਨੀ ਬੈਠੇ ਆ। ਕਈ ਵਾਰੀ ਲੋਕ ਗੱਲਾਂ ਕਰਦੇ ਨੇ, ਅਸੀਂ ਕਹਿੰਦੇ ਨਹੀਂ ਭਾਈ, ਨਹੀਂ ਭਾਈ, ਇਹ ਸਭ ਨਾਮ ਦੀ ਕਿਰਪਾ ਹੈ। ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ। ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ। ਇਹਦੇ ਨਾਮ ਦੀ ਕਿਰਪਾ ਹੈ। ਮੁੱਕਦੀ ਗੱਲ ਕਿ ਨਾਮ ਤੁਸੀਂ ਜਪ ਲਓ। ਕਿਸੇ ਨੇ ਕਿਹਾ ਬਾਬਾ ਜੀ ਤੁਸੀਂ ਕੀਰਤਨ ਬੜਾ ਸੋਹਣਾ ਕਰਦੇ ਹੋ, ਇਹੋ ਜਿਹਾ ਕੀਰਤਨ ਵੀ ਕੋਈ ਹੋਰ ਵੀ ਕਰ ਸਕਦਾ? ਸੰਤ ਮਾਰੇ ਕਹਿੰਦੇ ਮੈਥੋਂ ਜ਼ਿਆਦਾ ਭਗਤੀ ਕਰ ਲਓ, ਤਪ ਕਰ ਲਓ, ਮੈਥੋਂ ਚੰਗਾ ਕਰ ਲਓਗੇ। ਪਰ ਉਹ ਹੱਦ ਕਿਹੜਾ ਟੱਪਦਾ? ਇੱਕ ਵਾਰੀ ਕਹਿ ਦੇ ਵਾਹਿਗੁਰੂ, ਉਹ ਹੱਦ ਕਿਹੜਾ ਟੱਪਦਾ? ਦੱਸ ਰਹੇ ਸਨ ਰਾਜ ਜਥੇਦਾਰ ਸਾਹਿਬ ਵੀ ਦੱਸ ਕੇ ਗਏ ਨੇ। ਉਹ ਦਰੋਹੇ ਵਾਲੀ ਨਹਿਰ ਦੇ ਵਿੱਚ ਭਾਵੇਂ ਮਹਾਂਪੁਰਖਾਂ ਦਾ ਕਰਨਾ ਧਰਨਾ ਕੁਛ ਨਹੀਂ ਹੁੰਦਾ, ਉਹ ਪਰ ਸਾਡੇ ਵਰਗਿਆਂ ਨੂੰ, ਇੱਕ ਵਾਰੀ ਕਹਿ ਦੇ ਵਾਹਿਗੁਰੂ, ਸਾਡੇ ਵਰਗਿਆਂ ਨੂੰ ਉਹ ਸਿੱਧੇ ਰਸਤੇ ਪਾਉਣ ਵਾਸਤੇ, ਜਿਵੇਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਮਾਸਟਰ ਨੂੰ ਚਾਕ ਵੀ ਫੜਨਾ ਪੈਂਦਾ, ਬੱਚਿਆਂ ਨੂੰ ਪੜ੍ਹਾਉਣ ਵਾਸਤੇ ਮਾਸਟਰ ਨੂੰ ਆਪਣੇ ਬੁੱਲ ਵੀ ਹਿਲਾਉਣੇ ਪੈਂਦੇ ਨੇ।
ਮਾਸਟਰ ਪੜ੍ਹਿਆ ਹੁੰਦਾ ਜਿਵੇਂ ਮਿਲਟਰੀ ਦੇ ਕਿਸੇ ਕੋਈ ਸੂਬੇਦਾਰ ਨਵੇਂ ਹੋਏ ਭਰਤੀ ਰੰਗਰੂਟਾਂ ਨੂੰ ਟ੍ਰੇਨਿੰਗ ਦਿੰਦਾ, ਬੰਦੂਕ 'ਚ ਗੋਲੀ ਇੰਜ ਪਾਉਣੀ, ਇੰਜ ਕੱਢਣੀ, ਮੁੱਕਰੀ ਗੱਲ ਕਿ ਗੁਰੂ ਕੀ ਸੰਗਤ। ਇਸ ਤਰ੍ਹਾਂ ਸਾਧ ਸੰਗਤ ਜੀ ਲੈਫਟ ਰਾਈਟ ਜੋ ਵੀ ਵਿਸ਼ਰਾਮ ਸਾਵਧਾਨ ਉਹਨੂੰ ਸਭ ਕੁਝ ਸਿਖਾਉਂਦਾ। ਉਹ ਆਪ ਸਿੱਖਿਆ ਹੁੰਦਾ, ਹੋਰਨਾਂ ਨੂੰ ਸਿਖਾਉਂਦਾ ਹੁੰਦਾ। ਮਾਫ ਕਰਨਾ ਗੁਰੂ ਕੀ ਸੰਗਤ। ਸੰਤ ਮਹਾਰਾਜ ਨੇ ਕਿਹਦਾ ਨਾਮ ਜਪਣਾ ਸੀ? ਤੈਨੂੰ ਨਾਮ ਦਾ ਜਪਣ ਦੀ ਜੁਗਤੀ ਸੰਤ ਬਤਾ ਦੇਣਗੇ। ਵਾਲੀ ਜੁਗਤੀ ਜਪਨ ਵਾਲੀ ਜੁਗਤੀ ਸੰਤ ਬਤਾ ਦੇਣ। ਤੈਨੂੰ ਆਮਦ ਜਪਨ ਵਾਲੀ ਜੁਗਤੀ ਸੰਤ ਬਤਾ ਦੇਣਗੇ। ਮੇਰੇ ਪਿਆਰੇ ਬਤਾ ਦੇਣਗੇ, ਮੇਰੇ ਪਿਆਰੇ ਸੰਤ ਬਤਾ ਦੇਣਗੇ। ਪਿਆਰੇ ਸੰਤ ਬਤਾ ਦੇਣਗੇ, ਮੇਰੇ ਪਿਆਰੇ ਸੰਤ ਬਤਾ ਦੇਣਗੇ। ਪਿਆਰੇ ਸੰਤ ਬਤਾ ਦੇਣਗੇ, ਮੇਰੇ ਪਿਆਰੇ ਸੰਤ ਬਤਾ ਦੇਣਗੇ ਜੀ। ਸੰਤ ਬਤਾ ਦੇਣਗੇ। ਸੰਤ ਬਤਾ ਦੇਣਗੇ। ਸੰਤ ਬਤਾ ਦੇਣਗੇ। ਸੰਤ ਬਤਾ ਦੇਣਗੇ। ਜਪਨ ਵਾਲੀ ਜੁਗਤੀ ਜਪਨ ਵਾਲੀ ਜੁਗਤੀ ਸੰਤ ਬਤਾ ਦੇਣ। ਨਾਮ ਤੇ ਜਪਨ ਵਾਲੀ ਜੁਗਤੀ ਸੰਤ ਬਤਾ ਦੇਣਗੇ। ਨਾਮ ਦੇ ਜਪਨ ਵਾਲੀ ਜੁਗਤੀ ਸੰਤ ਬਤਾ ਦੇਣਗੇ। ਨਾਮ ਦੇ ਜਪਨ ਵਾਲੀ ਜੁਗਤੀ ਸੰਤ ਬਤਾ ਦੇਣਗੇ। ਨਾਮ ਦੇ ਜਪਨ ਵਾਲੀ ਜੁਗਤੀ ਸੰਤ ਬਤਾ ਦੇਣਗੇ। ਇਹਨੂੰ ਨਾਮ ਦੇ ਜਪਨ ਵਾਲੀ ਜੁਗਤੀ ਸੰਤ ਬਤਾ ਦੇਣਗੇ। ਅਨਹਦ ਪਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਮਹਾਂਪੁਰਖਾਂ ਦੀ ਸੰਗਤ ਕਰਕੇ ਹੀ ਪਤਾ ਲੱਗਦਾ ਕਿ ਜ਼ਿੰਦਗੀ ਕੀ ਹੈ ਔਰ ਜ਼ਿੰਦਗੀ ਲਾਈ ਦੀ ਕਿਵੇਂ ਹੈ। ਬਾਬਾ ਜੀ ਦੀ ਕਿਰਪਾ ਦੇ ਨਾਲ ਜੀਵਨ ਦੇ ਵਿੱਚ ਰਾਤ ਦਿਨ ਬਣ ਕੇ ਰਹਿ ਗਈ ਤੇ ਦਿਨ ਰਾਤ ਬਣ ਕੇ ਰਹਿ ਗਿਆ, ਕਿਉਂਕਿ ਉਹਨਾਂ ਦਾ ਇੱਕ ਇੱਕ ਬਚਨ ਜੋ ਬੋਲਦੇ ਸਨ, ਜੋ ਕਹਿੰਦੇ ਸਨ, ਜੋ ਦੱਸਦੇ ਸਨ,
ਅੱਜ ਪ੍ਰਣ ਕਰਕੇ ਜਾਇਓ ਜੇ, ਅੰਮ੍ਰਿਤ ਛਕਿਓ ਜੇ, ਅੰਮ੍ਰਿਤ ਵੇਲੇ ਜਾਗਿਓ ਜੇ, ਨਿਤਨੇਮ ਕਰਿਓ ਜੇ, ਬਾਣੀ ਪੜ੍ਹਿਓ ਜੇ, ਸਿਮਰਨ ਕਰਿਓ ਜੇ। ਤੁਹਾਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਵੇਗੀ ਖਾਲਸਾ ਜੀ, ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਵੇਗੀ। ਆ ਮੇਠ ਮਹਾਂਪੁਰਖ ਬੈਠੇ ਨੇ, ਸੰਤ ਮਹਾਰਾਜ ਜੇਠ ਦੇ ਦਿਨ ਸੀ, ਇੱਥੇ ਦੀਵਾਨ ਰੱਖੇ ਮਹਾਂਪੁਰਖਾਂ ਨੇ। ਇੱਥੇ ਕੁਝ ਘਰ ਬਾਜੀਗਰਾਂ ਦੇ ਸਨ, ਛਪਰੀਆਂ ਸਨ, ਟੱਪਰੀਆਂ ਸਨ, ਉਹਨਾਂ ਦੀਆਂ ਛੰਨਾਂ ਜਿਨ੍ਹਾਂ ਨੂੰ ਕਹਿ ਦਿੰਦੇ ਨੇ। ਉਹ ਮਹਾਰਾਜ ਉੱਥੇ ਗਏ, ਸਾਲ ਦੇ ਸਾਲ ਨਾ ਜੇਠ ਹਾੜ ਦੇ ਵਿੱਚ ਗਰਮੀ ਬੜੀ ਹੁੰਦੀ ਤੇ ਛਪਰੀਆਂ ਨੂੰ ਅੱਗ ਲੱਗ ਜਾਂਦੀ ਸੀ। ਵਿਚਾਰਿਆਂ ਬੱਕਰੀਆਂ ਵਗੈਰਾ ਰੱਖੀਆਂ, ਔਰ ਗਰੀਬ ਆਦਮੀ ਸਨ, ਗਧੇ ਵਗੈਰਾ ਖੋਤੇ ਵਗੈਰਾ ਰੱਖੇ ਸਨ, ਮਜ਼ਦੂਰੀ ਵਗੈਰਾ ਕਰਿਆ ਕਰਦੇ ਸਨ। ਉਹਨਾਂ ਨੇ ਆ ਕੇ ਸੰਤ ਮਹਾਰਾਜ ਬੇਨਤੀ ਕੀਤੀ, ਮਹਾਰਾਜ ਸਾਡੇ ਵੀ ਚਰਨ ਪਾਓ। ਇਹਨਾਂ ਦਿਆਲੂ ਮਹਾਂਪੁਰਖ ਸਨ, ਇਹਨੀ ਦਇਆ ਨਹੀਂ ਵੇਖੀ ਕਿਸੇ 'ਚ। ਇੱਕ ਵਾਰੀ ਕਹਿ ਦਿਓ। ਇੱਕ ਬਾਬਾ ਚੱਕਰੀ ਵਾਲਾ ਹੁੰਦਾ ਸੀ, ਚੱਕਰੀ ਵਾਲਾ ਰਿੱਧੀਆਂ ਸਿੱਧੀਆਂ ਸ਼ਕਤੀਆਂ ਕਰਾਮਾਤਾਂ ਤਾਂ ਸੰਤ ਬਾਬਾ ਈਸ਼ਰ ਸਿੰਘ ਰਾਲੇ ਵਾਲਿਆਂ ਦਾ ਪਾਣੀ ਭਰਦੀਆਂ ਸਨ ਖਾਲਸਾ ਜੀ। ਰੁੱਤਾਂ ਪੁੱਛ ਕੇ ਤੁਰਦੀਆਂ ਸਨ। ਕਈ ਕਹਿ ਦਿੰਦੇ ਆਪਣੇ ਸੰਤਾਂ ਦੀ ਐਵੇਂ ਵਡਿਆਈ ਕਰੀ ਜਾਂਦੇ ਨੇ। ਉਹ ਜਿਹੜਾ ਵੇਖਿਆ ਉਹ ਜਿਹੜਾ ਵੇਖਿਆ ਕਹਿਣਾ ਤੇ ਉਹੀ ਹੈ। ਇੱਕ ਵਾਰੀ ਕਹਿ ਦਿਓ ਬਾਹਰ ਨੂੰ, ਜਿਹੜਾ ਵੇਖਿਆ ਉਹ ਤਾਂ ਕਹਿਣਾ ਤਾਂ ਉਹੀ ਹੈ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਇੱਥੇ ਗਰੀਬਾਂ ਦੇ ਇੰਨੀਆਂ ਕੁਟੀਆਂ ਨੇ, ਸਾਲ ਦੇ ਸਾਲ ਸੜ ਜਾਂਦੀਆਂ ਨੇ, ਤੇ ਕਿਰਪਾ ਕਰੋ ਚਰਨ ਪਾਓ। ਦਇਆ ਦੇ ਸਾਗਰ, ਦਇਆ ਦੇ ਸਮੁੰਦਰ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਸੰਤ ਮਾਰੇ ਕਹਿੰਦੇ ਭਾਈ ਕੱਲ ਨੂੰ ਆਵਾਂਗੇ। ਮੇਰੇ ਵਰਗੇ ਲੱਗੇ ਕਹਿਣ ਜੋ ਤਾਂ ਬਹੁਤ ਗਰੀਬ ਜਨੇ ਬੱਕਰੀਆਂ ਬੰਨੀਆਂ ਨੇ, ਭੇਡਾਂ ਬੰਨੀਆਂ ਨੇ, ਬਾਬਾ ਜੀ ਤੁਸੀਂ ਉੱਥੇ ਜਾਓਗੇ। ਮਾਰੇ ਕਹਿੰਦੇ ਤੁਸੀਂ ਉਹਨਾਂ ਦੀ ਗੱਲ ਕਰਦੇ, ਰੱਬ ਤਾਂ ਭੇਡਾਂ ਬੱਕਰੀਆਂ 'ਚ ਵੀ ਹੈਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ। ਸੰਤ ਕਹਿੰਦੇ ਲੈ ਮੈਂ ਤਾਂ ਜਾਊਂਗਾ। ਜਦੋਂ ਮਹਾਂਪੁਰਖ ਗਏ, ਉਹਨਾਂ ਵਿਚਾਰਿਆਂ ਥੋੜ੍ਹਾ ਜਿਹਾ ਦੁੱਧ ਗਰਮ ਕੀਤਾ ਕਰਕੇ ਰੱਖਿਆ ਸੀ, ਤੇ ਬਾਬਾ ਜੀ ਅਸ਼ੋਕ ਮਹਾਂਪੁਰਖਾਂ ਜੀ ਘੁੱਟ ਭਰ ਕੇ ਤੇ ਅੱਗੇ ਸੇਵਾਦਾਰ ਨੂੰ ਫੜਾਤਾ। ਸਾਰਿਆਂ ਨੇ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰੋ, ਸਾਡੇ ਤੇ ਸਾਲ ਦੇ ਸਾਲ ਅੱਗ ਲੱਗ ਜਾਂਦੀ, ਛੱਪਰੀਆਂ ਬਣਾਉਂਦੇ ਆ, ਛੰਨਾ ਬਣਾਉਂਦੇ ਆ, ਸੜ ਜਾਂਦੀਆਂ। ਸੰਤ ਮਾਰ ਕਹਿੰਦਾ ਨਾਮ ਜਪਿਆ ਕਰੋ, ਤੁਸੀਂ ਨਾਮ ਜਪਿਆ ਕਰੋ। ਕਹਿੰਦੇ ਇੱਥੇ ਤਾਂ ਮਹਿਲ ਖੜੇ ਹੋ ਜਾਣਗੇ ਖਾਲਸਾ ਜੀ। ਉਹਨਾਂ ਮੰਨਿਆ ਮਹਾਂਪੁਰਖਾਂ ਦਾ ਬਚਨ। ਆ ਜੋ ਜਿਹੜੀ ਕਲੋਨੀ ਹੈ ਨਾ, ਉਹ ਕਲੋਨੀ ਅੱਜ ਸਭ ਤੋਂ ਅਮੀਰਾਂ ਦੀ ਕਲੋਨੀ ਹੈ, ਅਮੀਰਾਂ ਦੀ ਕਲੋਨੀ। ਮੁੱਕਦੀ ਗੱਲ ਕੀ, ਹਰ ਗੱਲ ਤੇ ਇੱਕੋ ਗੱਲ ਕਹਿੰਦੇ ਸਨ, ਕਹੋ ਘੱਟ ਤੇ ਕਰੋ ਜ਼ਿਆਦਾ। ਇੱਕ ਬਚਨ ਯਾਦ ਆਇਆ, ਚੰਗੇ ਉਸਤਾਦਾਂ ਦੇ, ਚੰਗੇ ਟੀਚਰਾਂ ਦੇ ਸਟੂਡੈਂਟ ਮਾਫ ਕਰਨਾ ਅੱਗੇ ਚੰਗੇ ਹੀ ਨਿਕਲਦੇ ਨੇ। ਰੇਰੂ ਸਾਹਿਬ ਸੰਤ ਮਾਰ ਰਹਿੰਦੇ ਆ। ਸੰਤ ਮਾਰ ਅੰਮ੍ਰਿਤ ਵੇਲੇ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲਿਆਂ ਦਾ, ਉਹਨਾਂ ਨਾਲ ਕੱਟਣੀ ਬੜੀ ਔਖੀ ਸੀ ਖਾਲਸਾ ਦੀ। ਇੱਕ ਵਾਰੀ ਕਹਦੇ ਬਾਹਰੋਂ ਮਾਫ ਕਰਨਾ, ਉਹਨਾਂ ਕੱਟਣੀ ਲੈ ਸੰਤ ਹੌਸਾ। ਇੱਕ ਅੱਜ ਤਾਂ ਜ਼ਮਾਨਾ ਹੀ ਬਦਲ ਗਿਆ, ਉਹਨਾਂ ਨਾਲ ਕੱਟਣੀ ਬੜੀ ਔਖੀ ਸੀ। 101 ਗਾਗਰ ਪਾਣੀ ਦੀ ਅੰਮ੍ਰਿਤ ਵੇਲੇ ਆਪਣੇ ਸਿਰ ਦੇ ਵਿੱਚ, ਸੀਸ ਦੇ ਵਿੱਚ ਪਾ ਕੇ ਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ। ਅੱਗੇ ਟਿਊਬਵੈੱਲ ਮੋਟਰਾਂ ਬੰਬੀਆਂ ਨਹੀਂ ਆਈਆਂ। ਉਹ 101 ਗਾਗਰ ਪਾਣੀ ਦੀ, ਜਿਹਦੇ 'ਚ ਮਾਫ ਕਰਨਾ ਕਹਿ ਲਓ 750 ਕਿਲੋ ਪਾਣੀ ਪੈਂਦਾ ਸੀ ਇੱਕ ਢੋਲ ਦੇ ਵਿੱਚ, ਜਿਹੜਾ ਖਿੱਚਦੇ ਸਨ। ਉਹ ਪਾਣੀ ਸੰਤ ਮਾਰੇ ਹੀ ਖਿੱਚ ਕੇ ਇਸ਼ਨਾਨ ਕਰਾਉਂਦੇ ਸਨ। ਸੰਤ ਮਾਰੇ ਖਿੱਚ ਕੇ ਇਸ਼ਨਾਨ ਕਰਵਾਉਂਦੇ ਸਨ। ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ, ਜਿਨ੍ਹਾਂ ਦਾ ਪ੍ਰਣ ਸੀ 100 ਅੰਨੇ ਨੂੰ ਦਹੀਂ ਦੇ ਨਾਲ ਕੇਸੀ ਇਸ਼ਨਾਨ ਕਰਵਾ ਕੇ ਫਿਰ ਖਾਣਾ ਖਾਂਦੇ ਸਨ ਖਾਲਸਾ ਜੀ। ਐਡੀ ਵੱਡੀ ਤਪੱਸਿਆ। ਮਾਫ ਕਰਨਾ ਗੁਰੂ ਕੀ ਸੰਗਤ ਤੇ ਸੰਤ ਮਹਾਰਾਜ। ਇੱਕ ਦਿਨ ਸੰਤ ਬਾਬਾ ਤੇ ਮਹਾਰਾਜ ਦੇ ਆਪਣੇ ਬਚਨ ਨੇ। ਇੱਕ ਦਿਨ ਸੰਤ ਮਹਾਰਾਜ ਕੁਰਸੀ ਤੇ ਬੈਠੇ ਸੀ। ਕਹਿੰਦੇ ਇੱਕ ਦਿਨ ਅਸੀਂ ਰਾਤ ਨੂੰ ਕਾਫੀ ਚਿਰ ਆਪਸ ਵਿੱਚ ਦੋਨੋਂ ਗੱਲਾਂ ਕਰਦੇ ਰਹੇ। ਸੰਤ ਬਾਬਾ ਕਿਸ਼ਨ ਸਿੰਘ, ਬਾਬਾ ਈਸ਼ਰ ਸਿੰਘ। ਕਹਿੰਦੇ ਕਾਫੀ ਸਮਾਂ ਅਸੀਂ ਵਿਚਾਰ ਕਰਦੇ ਰਹੇ, ਗੱਲਾਂ ਜਿਹੀਆਂ ਕਰਦੇ ਰਹੇ। ਤੇ ਮੁੱਕਦੀ ਗੱਲ ਕੀ, ਕਹਿੰਦੇ ਅਸੀਂ ਉਸ ਦਿਨ ਅਸੀਂ ਅੰਮ੍ਰਿਤ ਵੇਲੇ ਲੇਟ ਉੱਠੇ।
ਜਦੋਂ ਲੇਟ ਉੱਠੇ ਮਹਾਂਪੁਰਖ ਮਹਾਰਾਜ ਦੀ ਹਜ਼ੂਰੀ 'ਚ ਚਲੇ ਗਏ। ਜਦੋਂ ਲੇਟ ਉੱਠੇ ਤੇ ਉਹਨਾਂ ਦੇ ਚਰਨਾਂ ਵਿੱਚ ਜਦੋਂ ਇਹ ਲੇਟ ਗਏ ਤਾਂ ਸੰਤ ਲੱਗੇ ਕਹਿਣ, ਕਹਿੰਦੇ ਮੈਨੂੰ ਸੰਤਾਂ ਨੇ ਕਿਹਾ ਰਾਤ ਕੀ ਹੀਰ ਰਾਂਝਾ ਗਾਉਂਦੇ ਰਹਿਓ, ਬੜਾ ਸਮਾਂ ਆਏਗਾ ਜਿੰਨਾ ਮਰਜੀ ਬੋਲ ਲਈ, ਈਸ਼ਰ ਸਿਆਂ ਇਹ ਸਮਾਂ ਬੋਲਣ ਦਾ ਨਹੀਂ, ਇਹ ਸਮਾਂ ਤੇ ਨਾਮ ਦੀ ਕਮਾਈ ਕਰਨ ਦਾ ਖਾਲਸਾ ਜੀ। ਪਰ ਜਦੋਂ ਖਾਲਸਾ ਦੀ ਮਹਾਂਪੁਰਖ ਬੋਲਦੇ ਸਨ, ਜਿਹੜਾ ਬੰਦਾ ਨਾਮ ਜਪਦਾ, ਜਿਹੜਾ ਬੰਦਾ ਭਜਨ ਕਰਦਾ ਹੋਏ, ਸਾਧ ਸੰਗ ਜੀ ਉਹਦੇ ਮੂੰਹ 'ਚ ਜੋ ਨਿਕਲਦਾ ਉਹ ਮਾਫ ਕਰਨਾ ਆਨੰਦਮਈ ਕਿਉਂ ਲੱਗਦਾ? ਕਿਉਂਕਿ ਨਾਮ ਜਪ ਕੇ ਅੰਮ੍ਰਿਤ ਝਰਦਾ, ਅੰਮ੍ਰਿਤ ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਹਨਾਂ ਉਹਨਾਂ ਨੇ ਨਾਮ ਤੇ ਹਰ ਵਕਤ ਹੀ ਉਹ ਨਾਮ ਦੀ ਗੱਲ ਕਰਦੇ ਸੀ। ਹੋਰ ਤਾਂ ਕਹਿੰਦੇ ਗੱਲਾਂ ਸਭ ਠੀਕ ਨੇ, ਕਥਨੀ ਜੇ ਕੋਈ ਗੱਲਾਂ ਮਾਰੇ ਕਹਿੰਦਾ ਸਾਹਿਬ ਕਮਲ ਮਿੱਧੀ ਜਾਂਦਾ, ਇੱਕ ਵਾਰੀ ਕਹਿ ਦੇ ਬਹਿਰੂ ਐਵੇਂ ਕਮਲ ਮਿੱਧੀ ਜਾਂਦਾ। ਪਰ ਮਾਫ ਕਰਨਾ ਹਰ ਵਕਤ ਹੀ, ਹਰ ਸਮੇਂ ਜਦੋਂ ਵੀ ਮਹਾਰਾਜ ਦੇ ਕੋਈ ਦਰਸ਼ਨ ਕਰਨ ਜਾਂਦਾ ਤੇ ਇੱਕੋ ਗੱਲ ਸੀ ਉਹਨਾਂ ਦੇ ਕੋਲ, ਖੈਰ ਸੱਜਣੋ ਵਕਤ ਬੀਤਦਾ ਤੁਰਿਆ ਜਾਂਦਾ ਸੀ, ਸਮੇਂ ਆਉਂਦੇ ਤੇ ਸਮੇਂ ਚਲੇ ਜਾਂਦੇ ਨੇ। ਉਹ ਵੀ ਸਮਾਂ ਆਇਆ, ਭਾਵੇਂ ਮਹਾਂਪੁਰਖ ਜਨਮ ਮਰਨ 'ਚ ਨਹੀਂ। ਇੱਕ ਵਾਰ ਜਦੋਂ ਸੰਤ ਮਹਾਰਾਜ ਸੱਚਖੰਡ ਚਲੇ ਗਏ, ਜਥੇਦਾਰ ਬਾਬਾ ਮਹਿੰਦਰ ਸਿੰਘ ਜਿਨ੍ਹਾਂ ਨੇ 40 ਵਰੇ ਢੋਲਕੀ ਵਜਾਈ, ਢੋਲਕੀ ਮਹਾਂਪੁਰਖਾਂ ਦੇ ਨਾਲ ਸੇਵਾ ਕੀਤੀ, ਉਹ ਜਿਹੜਾ ਵੀ ਬੋਲੇ ਬਲਾ ਸੰਤ ਤਾਂ ਜਨਮ ਮਰਨ 'ਚ ਨਹੀਂ ਹੁੰਦਾ ਜੀ, ਸੰਤਾਂ ਨੂੰ ਰੋਵੋ ਨਾ, ਤੁਸੀਂ ਕਿਉਂ ਰੋਂਦੇ ਹੋ? ਉਸ ਮੌਕੇ ਜਥੇਦਾਰ ਮਹਿੰਦਰ ਸਿੰਘ ਨੇ ਆਖਿਆ ਅਸੀਂ ਕੋਈ ਸੰਤਾਂ ਨੂੰ ਰੋਨੇ ਆ, ਅਸੀਂ ਤਾਂ ਆਪਣੇ ਕਰਮਾਂ ਨੂੰ ਰੋਨੇ ਆ। ਔਰ ਸਾਨੂੰ ਝਿੜਕੂਗਾ ਕੌਣ, ਸਾਨੂੰ ਡਾਂਟੇਗਾ ਕੌਣ, ਮਾਫ ਕਰਨਾ ਗੁਰੂ ਕੀ ਸੰਗਤ ਸਾਨੂੰ ਉਪਦੇਸ਼ ਕੌਣ ਕਰੂਗਾ? ਇਹੋ ਜਿਹੇ ਮਹਾਂਪੁਰਖ ਸਨ। ਅੱਜ ਇੰਗਲੈਂਡ ਦੀਆਂ ਕੰਧਾਂ, ਇੰਗਲੈਂਡ ਦੀਆਂ ਸੜਕਾਂ ਦਾਸ ਉਸ ਸਥਾਨ ਤੇ ਵੀ ਗਿਆ, ਜਾਈਦਾ ਸਾਲ ਦੇ ਸਾਲ ਹੀ ਜਾਈਦਾ ਜਿੱਥੇ ਮਹਾਰਾਜ ਨੇ ਛੋਟਾ ਜਿਹਾ ਘਰ ਹੈ। ਇੱਕ ਵਾਰੀ ਕਹਿ ਦਿਓ ਬਹਿਰੂ, ਉਹ ਪਰਿਵਾਰ ਵਾਲਿਆਂ ਦਾ ਬੱਚਾ ਕਹਿੰਦਾ ਬਾਬਾ ਜੀ ਮੈਂ ਬਿਲਕੁਲ ਪਾਗਲਾਂ ਵਰਗੀ ਮੇਰੀ ਹਾਲਤ ਸੀ। ਉਹਦਾ ਪਿਓ ਸੁਦਾਗਰ ਸਿੰਘ ਬੜਾ ਸ਼ਰਧਾਲੂ ਸੀ, ਸੰਤ ਮਾਰਦਾ ਇੰਨਾ ਸ਼ਰਧਾਲੂ ਸੀ, ਰੱਬ ਕਰਕੇ ਹੀ ਜਾਣਦਾ ਸੀ। ਉਹ ਵਿਚਾਰਾ ਆਪਣੇ ਤਰੀਕੇ ਨਾਲ ਗੱਲ ਕਰੇ, ਆਂਦਾ ਬਾਬਾ ਜੀ ਪਤਾ ਸੰਤ ਮਾਰ ਨੇ ਇੱਥੇ ਸਰੀਰ ਕਿਉਂ ਛੱਡਿਆ? ਮੈਂ ਕਿਹਾ ਕਿਉਂ ਛੱਡਿਆ? ਕਹਿੰਦਾ ਉਹਨੂੰ ਪਤਾ ਸੀ ਆ ਗਰੀਬ ਬੰਦੇ ਨੇ ਇੱਥੇ ਲੋਕੀ ਦਰਸ਼ਨ ਕਰਨ ਆਇਆ ਕਰਨਗੇ ਤੇ ਇਹਨਾਂ ਦੀ ਰੋਜੀ ਰੋਟੀ ਚੱਲਦੀ ਰਹੇਗੀ, ਰੋਜੀ ਰੋਟੀ ਚੱਲਦੀ ਰਹੇਗੀ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਮਹਾਰਾਜ ਸੰਤ ਮਾਰ ਬਾਬਾ ਈਸ਼ਰ ਸਿੰਘ ਰਾੜੇ ਵਾਲੇ, ਜਿਨ੍ਹਾਂ ਦੀ ਯਾਦ ਮਨਾ ਰਹੇ, ਜਿਨ੍ਹਾਂ ਦੀ ਯਾਦ 'ਚ ਜੁੜੇ ਬੈਠੇ ਆ। ਕਈ ਕਹਿੰਦੇ ਸੰਤਾਂ ਨੂੰ ਨਾ ਮੰਨੋ, ਉਹ ਸੰਤ ਤੇ ਜੋੜਦੇ ਬਾਣੀ ਨਾਲ, ਇੱਕ ਵਾਰੀ ਕਹਿ ਦਿਓ ਬਹਿਰੂ, ਸੰਤ ਤੇ ਜੋੜਦੇ ਬਾਣੀ ਨਾਲ ਨੇ। ਜਦੋਂ ਮਹਾਂਪੁਰਖਾਂ ਮਾਫ ਕਰਨਾ ਇੰਗਲੈਂਡ ਨੂੰ ਜਾਣਾ ਸੀ, ਇੱਕ ਬਚਨ ਯਾਦ ਆਇਆ, ਹਵਾਈ ਜਹਾਜ਼ਾਂ ਦਾ ਅੱਡਾ ਪਾਲਮਪੁਰ ਹੁੰਦਾ ਸੀ, ਅਜੇ ਇੰਦਰਾ ਗਾਂਧੀ ਏਅਰਪੋਰਟ ਨਹੀਂ ਸੀ ਬਣਿਆ। ਮਹਾਂਪੁਰਖਾਂ ਨੇ ਜਾਂਦੀ ਵਾਰੀ ਇੱਕ ਬਚਨ ਕਹੇ, ਕਹਿੰਦੇ ਨੇ ਭਾਈ शब्द मिलावा होत है, 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 शब्द मिलावा होत है। नहीं ते मिलावा होना, शब्द मिलावा होत है, शब्द मिलावा होत है, शब्द मिलावा होना, शब्द मिलावा होत है, शब्द मिलावा होत है। ते मिलावा होना, शब्द मिलावा होत है। नहीं ते मिलावा होना, शब्द मिलावा, शब्द मिलावा होत है। मिलावा होना, शब्द मिलावा होत है, शब्द मिलावा होत है। फिर मिलावा होना, शब्द मिलावा होत है, शब्द मिलावा होत है। महापुरुष लगे कहन शब्द मिलावा होता है, दे मिलावा नाहे माफ करना। जदों महापुरुषां ने ਇਹੋ ਜਿਹੇ ਬਚਨ ਵਿਰਾਗਮਈ ਕੀਤੇ,
ਨਦੀਆਂ ਬਹੁ ਵਿਸ਼ੁੰਨੀਆਂ ਮੇਲਾ ਸੰਜੋਗੀ ਰਾਮ, ਸੰਗਤਾਂ ਦੀਆਂ ਤਾਹਾਂ ਨਿਕਲ ਗਈਆਂ। ਸੰਤ ਮਾਰ ਲੱਗੇ ਕਹਿੰਦੇ ਤੁਸੀਂ ਰੋਂਦੇ ਕਿਉਂ, ਰੋਂਦੇ ਕਿਉਂ? ਮਹਾਂਪੁਰਖ ਲੱਗੇ ਕਹਿਣ ਸੁਣੋ ਸੁਣੋ, ਜਿਹੜੇ ਸਾਡੇ ਬਚਨਾਂ ਨਾਲ ਜੁੜੇ ਰਹਿਣਗੇ। ਸੰਤੋ ਸਾਗਰ ਪਾਰ ਉਤਰੀਏ, ਜੇ ਕੋਈ ਬਚਨ ਕਮਾਵੇ ਪੜ੍ਹ ਦਿਆ ਕਰੋ। ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਕਹਿੰਦੇ ਜਿਹੜੇ ਸਾਡੇ ਬਚਨਾਂ ਨਾਲ ਜੁੜੇ ਰਹਿਣਗੇ, ਅਸੀਂ ਉਹਨਾਂ ਦੇ ਅੰਗ ਸੰਗ ਰਹਾਂਗੇ। ਬੜੇ ਬੜੇ ਦੁਨੀਆ ਤੋਂ ਜਾਂਦੇ ਵੇਖੇ ਨੇ, ਪਰ ਸੰਤ ਮਾਰ ਦਾ ਜਾਣਾ ਬੜਾ ਵੱਖਰਾ ਸੀ। ਸਮਾਂ ਬਹੁਤ ਥੋੜਾ। ਛੋਟੇ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਇਧਰੋਂ ਇੰਗਲੈਂਡ ਦੀਆਂ ਕੋਈ ਤਿਆਰੀਆਂ ਨੇ, ਪਰ ਕਰਨ ਬਹੁਤ ਲੰਬੇ ਲੰਬੇ ਨੇ। ਇੱਕ ਸਮੇਂ ਦੀਆਂ ਦੋ ਸਮਕਾਲੀ ਰੂਹਾਂ, ਸਮਕਾਲੀ ਹਸਤੀਆਂ, ਦੋ ਸਰੀਰ ਤੇ ਇੱਕ ਜੋਤ, ਆਪਸ ਵਿੱਚ ਬਹੁਤ ਲੰਬੀ ਵਿਚਾਰ ਚੱਲ ਰਹੀ ਸੀ। ਕੋਈ ਛੋਟੇ ਮਹਾਂਪੁਰਖ ਸੰਤ ਮਾਰ ਨੂੰ ਲੱਗੇ ਕਹਿਣ ਤੁਸੀਂ ਨਾ ਜਾਓ, ਤੁਸੀਂ ਅੱਗੇ ਜਾਏ ਹੋ। ਸੰਤ ਮਾਰ ਕਹਿੰਦੇ ਮਹਾਂਪੁਰਖ ਬਚਨ ਕੇ ਬਲੀ। ਅਸੀਂ ਉੱਥੇ ਵਾਅਦਾ ਕਰਕੇ ਆਏ ਹਾਂ ਇੰਗਲੈਂਡ ਦੀਆਂ ਸੰਗਤਾਂ ਨਾਲ ਕਿ ਅਸੀਂ ਇੱਕ ਵਾਰੀ ਫਿਰ ਆਵਾਂਗੇ। ਸੰਗਤਾਂ ਨੇ ਬੜਾ ਜ਼ੋਰ ਪਾਇਆ ਸੀ। ਮਹਾਂਪੁਰਖਾਂ ਨੇ ਇਹੋ ਜਿਹੇ ਬਚਨ ਕੀਤੇ। ਛੋਟੇ ਮਹਾਰਾਜ ਲੱਗੇ ਕਹਿਣ ਜੇ ਤੁਸੀਂ ਜਾਣਾ ਹੀ ਹੈ, ਤੁਸੀਂ ਜੇ ਸਰੀਰ ਜਾਣਾ ਹੀ ਹੈ, ਇਹ ਤਾਂ ਸਰੀਰ ਛੱਡ ਦਿਓ। ਰਹੀ ਗੱਲ ਵੈਸੇ ਵੀ ਤੁਹਾਡਾ ਸਰੀਰ ਕੋਈ ਸਰੀਰਕ ਤੌਰ ਤੇ ਢਿੱਲਾ ਰਹਿੰਦਾ, ਮੁੱਕਰੀ ਗੱਲ ਕਿ ਭਾਵੇਂ ਗੁਰਮੁਖ ਬੁੱਢੇ ਕਦੇ ਨਾ ਹੈ। ਇਹੀ ਆਵਾਜ਼ ਸੁਣੀ ਹੈ ਨਾ ਕਈ ਸਾਲਾਂ ਤੋਂ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਸ਼ੇਰ ਦੀ ਗਰਜ ਤੇ ਮਹਾਂਪੁਰਖਾਂ ਦੀ ਆਵਾਜ਼ 'ਚ ਕਦੀ ਫਰਕ ਨਹੀਂ ਪੈਂਦਾ। ਕਹਿਣ ਲੱਗੇ ਵੀ ਤੁਸੀਂ ਇੱਥੇ ਨੇੜੇ ਤੇੜੇ ਸ਼ਹਿਰਾਂ ਦੇ ਦੀਵਾਨ ਦੇ ਦਿਆ ਕਰੋ, ਵੈਸੇ ਵੀ ਤੁਹਾਡਾ ਸਰੀਰ ਕੋਈ ਠੀਕ ਨਹੀਂ ਰਹਿੰਦਾ। ਬਾਬਾ ਜੀ ਕਹਿਣ ਲੱਗੇ ਕਹਿਣ ਲੱਗੇ ਨਹੀਂ, ਅਸੀਂ ਵਾਅਦਾ ਕਰਕੇ ਆਏ ਹਾਂ। ਜਦੋਂ ਮਹਾਂਪੁਰਖ ਦੋਨੇ ਭੋਰਾ ਸਾਹਿਬ ਦੇ ਵਿੱਚੋਂ ਬਾਹਰ ਆਏ, ਛੋਟੇ ਮਾਰ ਦੇ ਨੇਤਰ ਕੋਈ ਸੱਜਲ ਸਨ। ਮੁੱਕਰੀ ਗੱਲ ਕੀ, ਦਾਸ ਨੇ ਛੋਟੇ ਸੰਤਾਂ ਨੂੰ ਕਦੇ ਨੇਤਰ ਉਹਨਾਂ ਦੇ ਸੱਜਲ ਨਹੀਂ ਸਨ ਵੇਖੇ। ਸਮਝਣ ਵਾਲੇ ਤੇ ਸਮਝੀ ਜਾਂਦੇ ਸਨ। ਮਹਾਰਾਜ ਕੀਰਤਨਕਾਰਾਂ ਨੇ ਕੀਰਤਨ, ਛੋਟੇ ਸੰਤ ਮਹਾਰਾਜ ਲੰਗਰ 'ਚ ਬੈਠੇ ਨੇ। ਲੰਗਰ 'ਚ ਹੱਡ ਬੀਤੀਆਂ ਦੱਸ ਰਿਹਾ। ਸੰਤ ਬਾਬਾ ਕਿਸ਼ਨ ਸਿੰਘ ਜੀ ਲੰਗਰ 'ਚ ਬੈਠੇ ਬਚਨ ਸੁਣ ਰਹੇ ਸਨ ਮਹਾਂਪੁਰਖ ਵੱਡਿਆਂ ਦੇ। ਕਹਿੰਦੇ ਨੇ ਵਾਹ ਮਰਦਾ, ਦੁਨੀਆ ਤੈਨੂੰ ਤੇ ਤੇਰੇ ਕੀਰਤਨ ਨੂੰ ਯਾਦ ਕਰ ਕਰਕੇ ਰੋਇਆ ਕਰੇਗੀ। ਖਾਲਸਾ ਜੀ ਸੰਤ ਮਾਰ ਦੀ ਜਵਾਨੀ ਉਮਰ ਸੀ। ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਨੌ ਰਤਨ ਸਾਜੇ ਸਨ, ਬੜੇ ਵਿਦਵਾਨ ਬਣਾਏ ਸਨ, ਜਿਨ੍ਹਾਂ ਦੇ ਵਿੱਚ ਇੱਕ ਅਯੈਬ ਸਿੰਘ ਵੀ, ਮਾਫ ਕਰਨਾ ਗੁਰੂ ਕੀ ਸੰਗਤ ਗਿਆਨੀ ਅਯੈਬ ਸਿੰਘ ਬੜਾ ਵੱਡਾ ਵਿਦਵਾਨ ਸੀ। ਜਦੋਂ ਸੰਤ ਬਾਬਾ ਆਪਣੇ ਛੰਨਾ ਵਾਲੇ ਮਹਾਂਪੁਰਖ ਸੰਤ ਬਾਬਾ ਕਿਰਪਾਲ ਸਿੰਘ ਜਦੋਂ ਸੱਚਖੰਡ ਗਏ ਨੇ, ਮਾਰ ਦੀ ਜਵਾਨੀ ਉਮਰ ਸੀ। ਇਸ ਸਮਾਂ ਸੰਤ ਮਹਾਰਾਜ ਨੂੰ ਮਹਾਂਪੁਰਖਾਂ ਨੇ ਆਖਿਆ ਮੈਂ ਬਸ ਇੱਕੋ ਹੀ ਧਾਰਨ ਪੜ੍ਹਨੀ ਹੈ। ਲੋਕਾਂ ਨੇ ਬੜਾ ਜ਼ੋਰ ਪਾਇਆ ਤੇ ਬਾਬਾ ਜੀ ਨੂੰ ਉਹ ਕਿਹਦੇ ਪਾਸੇ ਸਾਥ ਸਟੇਜ ਟੈਕਟਰੀ ਲੱਗਣ ਹੀ ਨਾ ਦੇਵੇ। ਲੋਕਾਂ ਆਖਿਆ ਜੀ ਤੁਸੀਂ ਦਿਓ ਜੀ 2 ਮਿੰਟ ਦਾ ਟਾਈਮ। ਇਹੋ ਜਿਹੇ ਸਮੇਂ ਮਹਾਰਾਜ ਦੀ ਜ਼ਿੰਦਗੀ 'ਚ ਵੀ ਆਏ, ਪਰ ਮਹਾਂਪੁਰਸ਼ 8 ਪੈਰ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਵਿਰਾਗ 'ਚ ਹੀ ਰਹਿੰਦੇ ਸਨ। ਖੈਰ ਗੁਰੂ ਕਿਸ਼ਨ ਜਦੋਂ ਸਮਾਂ ਮਿਲ ਗਿਆ ਤਾਂ ਉਸ ਮੌਕੇ ਸੰਤਾਂ ਨੇ ਇੱਕ ਧਾਰਨਾ ਪੜ੍ਹੀ। ਦੇਖੀ ਨੇ ਤਾਹਾਂ ਮਾਰੀਆਂ, ਦੇਖੀ ਨੇ ਤਾਹਾਂ ਮਾਰੀਆਂ, ਦੇਹੀ ਨੇ ਤਾਹਾਂ ਮਾਰੀਆਂ, ਦੇਹੀ ਨੇ ਤਾਹਾਂ ਮਾਰੀਆਂ, ਦੇਹੀ ਨੇ ਤਾਹਾਂ ਮਾਰੀਆਂ, ਦੇਹੀ ਨੇ ਤਾਹਾਂ ਮਾਰੀਆਂ। ਜਾਨੀ ਲੱਦ ਗਏ ਦੇਹੀ ਨੇ ਤਾਹਾਂ, ਦੇਹੀ ਨੇ ਤਾਹਾਂ ਮਾਰੀਆਂ, ਉਹ ਜਾਨੀ ਲੱਦ ਮਹਾਂਪੁਰਖਾਂ ਨੇ
ਜਦ ਧਾਰਨਾ ਪੜੀ ਤਾਂ ਉੱਥੇ ਲੱਗਾ ਕਹਿਣ ਜੀ ਸਮਾਂ ਹੋਰ ਲਾਓ। ਸੰਤ ਕਹਿੰਦੇ ਮੈਂ ਹਾਜ਼ਰੀ ਲਵਾਉਣੀ ਸੀ। ਆਹ ਸਮਾਂ ਤੁਹਾਡਾ, ਇਹ ਗੁਰੂ ਨਾਨਕ ਦੇ ਘਰ 'ਚ ਤੁਹਾਡੀ ਹਾਜ਼ਰੀ ਲੱਗ ਰਹੀ ਖਾਲਸਾ ਜੀ। ਬਸ ਕਹਿੰਦਾ ਹਾਜ਼ਰੀ ਲਾਉਣੀ ਸੀ। ਮਾਫ ਕਰਨਾ ਗੁਰੂ ਕੀ ਸੰਗਤ, ਮਹਾਰਾਜ ਇੱਕ ਸਮੇਂ ਕਿਤੇ ਕੋਈ ਸਮਾਗਮ ਸੀ ਗਏ, ਉੱਥੇ ਬੜੇ ਬੜੇ ਪੜ੍ਹੇ ਲਿਖੇ ਸੀ ਛੋਟੇ ਸੰਤ ਮਹਾਰਾਜ ਮੁੱਕਦੀ ਗੱਲ ਕੀ, ਮਹਾਰਾਜ ਦੀ ਜਵਾਨੀ ਉਮਰ ਸੀ ਤੇ ਉੱਥੇ ਬੜੇ ਬੜੇ ਵਿਦਵਾਨ ਬੈਠੇ ਸਨ, ਕਈ ਚੰਗੀਆਂ ਟਕਸਾਲਾਂ ਦੇ ਪੜ੍ਹੇ। ਤੇ ਸੰਤ ਮਹਾਰਾਜ ਜੋ ਕੀਰਤਨ ਕਰਨਾ ਸੀ, ਛੋਟੇ ਸੰਤਾਂ ਨੂੰ ਕਹਿੰਦੇ ਉਹਨਾਂ ਦਾ ਸੁਭਾਅ ਕੋਈ ਮਜ਼ਾਕ ਵਾਲਾ ਸੀ। ਹਰ ਗੱਲ ਹਾਸੇ 'ਚ ਸੜ ਜਾਂਦੇ ਸਨ, ਹਰ ਗੱਲ ਵਿੱਚ ਕੋਈ ਰਾਜ ਹੁੰਦਾ ਸੀ। ਸੰਤ ਮਹਾਰਾਜ ਕਹਿੰਦੇ ਜਦ ਮੈਂ ਕੀਰਤਨ ਕਰੂੰਗਾ ਤੂੰ ਮੇਰੇ ਕੋਲ ਖੜ ਜੀ। ਕਹਿੰਦੇ ਮੇਰੇ ਖੜਿਆ ਕੀ ਹੋ ਜਾਊਗਾ, ਤੇਰੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹੈਗਾ ਨੇ। ਇੱਕ ਵਾਰੀ ਕਹਿ ਦੇ ਵਹਿਰੂ, ਗੁਰੂ ਗ੍ਰੰਥ ਸਾਹਿਬ ਜੀ ਹੈਗਾ ਨੇ। ਬਾਣੀ ਤਾਂ ਬੜੀ ਸ਼ੁੱਧ ਸੀ, ਟਕਸਾਲ ਵਾਲਿਆਂ ਦੀ ਬਾਣੀ ਬੜੀ ਸ਼ੁੱਧ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਦੋਂ ਮਹਾਂਪੁਰਖ ਰਾੜੇ ਵਾਲਿਆਂ ਧਾਰਨਾ ਪੜੀ, ਕਹਿੰਦਾ ਨਾ ਸੰਤ ਮੰਨ ਗਿਆ। ਆਖਿਆ ਵਾਹ ਸੰਤਾ, ਬੱਲੇ ਬੱਲੇ ਬੱਲੇ। ਸੰਤ ਮਾਰੇ ਧਾਰਨਾ ਬੜੀ ਜਵਾਨੀ ਉਮਰ ਸੀ, ਸਾਰੇ ਵਡੇਰੀਆਂ ਉਮਰਾਂ ਦੇ ਬੈਠੇ ਸਨ। ਪਰਚਾ ਹਰੀ ਦੇ ਨਾਮ ਵਾਲਾ ਪੈ ਗਿਆ, ਤੱਕੀ ਓਟ ਹਰੀ ਦੇ ਨਾਮ ਵਾਲਾ ਪੈ ਗਿਆ, ਤੱਕੀ ਓਟ ਤੇਰੀ ਮਾਲਕਾ। ਹਰੀ ਦੇ ਨਾਮ ਵਾਲਾ ਪੈ ਗਿਆ, ਤੱਕੀ ਓਟ ਤੇਰੀ। ਉੱਥੇ ਜਦੋਂ ਮਹਾਂਪੁਰਸ਼ਾਂ ਨੇ ਧਾਰਨਾ ਪੜੀ, ਮੰਨ ਗਏ। ਬੱਲੇ 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 ਸਾਧ ਸੰਗਤ ਜੀ, ਉਹ ਮਹਾਂਪੁਰਖ ਰਾੜੇ ਵਾਲੇ ਜਦੋਂ ਇੰਗਲੈਂਡ ਨੂੰ ਜਾਣਾ ਸੀ, ਬਸ ਰਮਜਾਂ ਹੀ ਸੜਦੇ ਚਲੇ ਗਏ, ਰਮਜਾਂ ਹੀ ਸੜਦੇ ਚਲੇ ਗਏ। ਅੱਖੀ ਦੇਖੀਆਂ ਗੱਲਾਂ ਨੇ, ਹੱਡ ਬੀਤੀਆਂ ਗੱਲਾਂ ਨੇ। ਮੇਰੇ ਯਾਰ ਦੋਸਤ ਨੇ ਇੱਥੇ ਕਈ ਬੈਠੇ ਨੇ ਕੀਰਤਨ ਦੇ ਵਿੱਚ, ਇਹ ਮੈਨੂੰ ਆਖਿਆ ਕਰ ਮਾਨ ਸਿੰਘ ਯਾਰ ਤੈਨੂੰ ਘਰ ਦੇ ਖਰਚ ਦਿੰਦੇ ਨੇ, ਯਾਰ ਤੂੰ ਪੜ੍ਹਨ ਵਾਸਤੇ ਆਇਆ ਕਿ ਤੂੰ ਤੁਰਿਆ ਫਿਰਦਾ ਅੱਠੋਂ ਪਹਿਰੀ, ਯਾਰ ਤੂੰ ਕਰਦਾ ਕੀ ਹੈ? ਮੈਂ ਕਿਹਾ ਮੈਂ ਉਹ ਕਰਦਾ ਜੋ ਮੈਨੂੰ ਸੰਤਾਂ ਨੇ ਸਮਝਾ ਦਿੱਤਾ, ਉਹ ਕਰਦਾ ਜੋ ਸੰਤਾਂ ਨੇ ਸਮਝਾ ਦਿੱਤਾ। ਅੱਜ ਮੇਰੇ ਨਾਲ ਪੜ੍ਹਦੇ ਰਿਟਾਇਰਮੈਂਟਾਂ ਲੈ ਰਹੇ ਨੇ, ਤੇ ਮੈਂ ਉਹਨੂੰ ਕਹਿੰਦਾ ਦੇਖੋ ਬੰਦਾ ਅਜੇ ਵੀ ਰਿਟਾਇਰ ਨਹੀਂ ਹੋਇਆ। ਇੱਕ ਵਾਰੀ ਕਹਿ ਦਿਓ ਬਾਹਰੂ, ਬੰਦਾ ਅਜੇ ਵੀ ਤੁਰਿਆ ਜਾ ਰਿਹਾ। ਬੁੱਲੇ ਸ਼ਾਹ ਲਿਖਦਾ, ਸਹੁੰ ਰੱਬ ਦੀ ਉਹਦਾ ਰੱਬ ਨਹੀਂ ਰੁੱਸਦਾ, ਇਹਨੂੰ ਯਾਰ ਮਨਾਉਣਾ ਆ ਜਾਵੇ, ਉਹ ਨਾ ਪੜ੍ਹ ਕੇ ਕਿਤਾਬਾਂ ਫਿਰ ਕੀ ਲੈਣਾ, ਜਿਹਨੂੰ ਇਸ਼ਕ ਕਮਾਉਣਾ ਆ ਜਾਵੇ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ। ਇੱਕ ਵਾਰੀ ਇੱਕ ਕਾਲਜ ਦੀ ਪ੍ਰਿੰਸੀਪਲ ਆ ਗਈ ਸੰਤ ਮਹਾਰਾਜ ਕੋਲ, ਹਿੰਦੁਸਤਾਨ ਦੇ ਰਹਿ ਚੁੱਕੇ ਹੋਮ ਮਿਨਿਸਟਰ ਸਰਦਾਰ ਬੂਟਾ ਸਿੰਘ। ਕਿਸੇ ਸਮੇਂ ਕਿਤੇ ਬੈਠੇ ਸੀ, ਗੱਲ ਚੱਲ ਪਈ। ਕਹਿਣ ਲੱਗਾ ਸੰਤ ਜੀ ਤੁਹਾਡੇ ਸੰਤ ਦੀ ਇੱਕ ਗੱਲ ਸੁਣਾਵਾਂ। ਮੈਂ ਕਿਹਾ ਜੀ ਕਰੋ ਕਿਰਪਾ ਜੀ। ਆਪਣੀ ਵਡਿਆਈ ਆਪ ਕਰੀ ਜਾਏ ਤੇ ਚੰਗੀ ਨਹੀਂ ਲੱਗਦੀ, ਜਦੋਂ ਵਡਿਆਈ ਦੂਜਾ ਕਰਦਾ ਤੇ ਫਿਰ ਮਜ਼ਾ ਆਉਂਦਾ। ਕਹਿੰਦਾ ਸੰਤ ਜੀ ਤੁਹਾਡੇ ਸੰਤ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਕੱਪੜਾ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਸੈਂਟ ਵਰਤਿਆ ਖਾਲਸਾ ਜੀ। ਗੱਲ ਕਰਦੇ ਕਰਦੇ ਸਰਦਾਰ ਜੀ ਰੋ ਪਏ। ਕਿਸੇ ਕਾਲਜ ਦੀ ਚੰਗੀ ਪੜ੍ਹੀ ਲਿਖੀ ਜਦੋਂ ਨਿਕਲਦੇ ਸਨ, ਮਹਾਂਪੁਰਸ਼ ਦਰਸ਼ਨ ਕੀਤੇ ਨੇ, ਬਾਬੇ ਦਰਸ਼ਨ ਕੀਤੇ ਨੇ, ਮਹਾਂਪੁਰਖ ਰਾੜਿਆਂ ਦੇ ਦਰਸ਼ਨ ਕੀਤੇ ਨੇ, ਕੀਤੇ ਬਾਬੇ ਤੁਸੀਂ ਜ਼ਿਆਦਾ ਕੀਤੇ। ਸਾਧ ਸੰਗਤ ਜੀ ਜ਼ਿੰਦਗੀ ਦੇ 40 ਸਾਲ ਗੁਜ਼ਰ ਗਏ ਨੇ। ਆਪਣੀ ਜ਼ਿੰਦਗੀ ਦੇ ਵਿੱਚ ਬੰਦਾ ਤੇ ਕਿਤੇ ਰਹਿ ਗਿਆ, ਇੰਨੀ ਖੂਬਸੂਰਤ ਬਾਬਾ ਜੀ ਕੋਈ ਔਰਤ ਵੀ ਨਹੀਂ ਵੇਖੀ ਖਾਲਸਾ। ਬੰਦਾ ਤੇ ਕਿਤੇ ਰਹਿ ਗਿਆ। ਕਿਉਂ ਬਾਬਾ ਜੀ ਠੀਕ ਗੱਲ ਹੈ ਜੀ। ਜਦੋਂ ਮਹਾਂਪੁਰਖ ਨਿਕਲਦੇ ਸੀ, ਆਪ ਮਹਾਰੇ ਮੂੰਹ ਤੋਂ ਨਿਕਲਦਾ ਸੀ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ
ਜਦੋਂ ਮਹਾਂਪੁਰਖ ਨਿਕਲਦੇ ਸਨ ਖਾਲਸਾ ਜੀ, ਇੰਜ ਲੱਗਦਾ ਸੀ ਜਿਵੇਂ 7 ਵਲੈਤਾਂ ਦਾ ਬਾਦਸ਼ਾਹ ਜਾ ਰਿਹਾ ਹੋਵੇ। ਆ ਬੈਠੇ ਨੇ ਸ਼ੰਕਰਪੁਰ ਤੋਂ, ਕੌਲੀ ਨੇੜੇ ਪੈਂਦਾ, ਰਾਜਪੁਰੇ ਦੇ ਨੇੜੇ, ਉੱਥੇ ਮਹਾਂਪੁਰਖਾਂ ਦੇ ਦੀਵਾਨ ਲੱਗੇ। ਇਹ ਅਖੀਰਲਾ ਵਰਾ ਸੀ, ਸੰਨ 75 ਦੀ ਗੱਲ ਆ, ਨਹੀਂ ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਟੇਜ ਸਕੱਤਰੀ ਅਗਲਾ ਪ੍ਰੋਗਰਾਮ ਦੱਸਿਆ ਕਰਦਾ ਸੀ ਤੇ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਾ ਸੀ। ਮਹਾਂਪੁਰਖ ਗਰੀਬਾਂ ਦੇ ਬੜੇ ਖੁਸ਼ ਸਨ। ਖਾਲਸਾ ਜੀ ਇੱਕ ਵਾਰੀ ਕਹਦੇ ਬਾਹਰ ਬੜੇ ਖੁਸ਼ ਹੁੰਦੇ ਸੀ, ਬਹੁਤ ਖੁਸ਼ ਹੁੰਦੇ ਸੀ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਅਖੀਰਲੇ ਕੀਰਤਨ ਦੀ, ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਮਹਾਂਪੁਰਖ ਲੱਗੇ ਕਹਿਣ, ਚੱਲ ਮੈਂ ਹੀ ਧੰਨਵਾਦ ਕਰ ਦੇਣਾ ਇਹਦਾ। ਸੰਤ ਮਹਾਰਾਜ ਲੱਗੇ ਕਹਿਣ, ਸ਼ੰਕਰਪੁਰੀਓ, ਕੌਲੀ ਵਾਲਿਓ, ਤੁਹਾਡੀ ਸੇਵਾ ਗੁਰੂ ਨਾਨਕ ਦੀ ਦਰਗਾਹ 'ਚ ਪ੍ਰਵਾਨ ਹੋ ਗਈ ਹੈ। ਖਾਲਸਾ ਜੀ, ਤੁਹਾਡੀ ਸੇਵਾ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਈ ਹੈ। ਸਾਧ ਸੰਗਤ ਜੀ, ਲੋਕੀ ਘੜੀਆਂ ਦੇਖਦੇ ਸਨ, ਟਾਈਮ ਦੇਖਦੇ ਸਨ, 1 ਸੈਕਿੰਡ ਦਾ ਫਰਕ ਨਹੀਂ ਸਨ ਪੈਣ ਦਿੰਦੇ। ਜਿੱਥੇ ਵੀ ਪ੍ਰੋਗਰਾਮ ਦੇ ਉੱਤੇ ਜਾਣਾ, ਜੇ ਕਈ ਵਾਰੀ ਕੋਈ ਵਚਨ ਚੱਲ ਪੈਂਦੇ ਨੇ, ਮਾਫ ਕਰਨਾ ਖਾਲਸਾ ਜੀ, ਕਈ ਵਾਰੀ ਵਚਨ ਚੱਲ ਪੈਂਦੇ ਨੇ। ਉਹ ਪਿਛਲੇ ਸਾਲ ਇੱਕ ਵਚਨ ਕੀਤਾ ਕਿ ਸੰਤ ਮਾਰ ਦੀ ਨਾ ਗੋਦੀ 'ਚ ਜਦੋਂ ਤਪੱਸਿਆ ਕੀਤੀ, ਸੱਪ ਆ ਕੇ ਬੈਠੇ ਰਹਿੰਦੇ ਨੇ। ਹੁਣ ਸਾਧ ਸੰਗਤ, ਦੁਨੀਆ 'ਚ ਨਿੰਦਕਾਂ ਦੇ ਮਨਮੁਖਾਂ ਦਾ ਘੱਟ ਹੈ। ਕਹਿੰਦੇ ਕਿਵੇਂ ਹੋ ਸਕਦਾ, ਮਹਾਂਪੁਰਖ ਬੈਠੇ ਨੇ ਸਟੇਜਾਂ ਦੇ ਧਣੀ। ਮੈਂ ਕਿਹਾ ਕੱਲ ਨੂੰ ਤੇ ਕਹਿਣਗੇ ਕਿ ਗੁਰੂ ਨਾਨਕ ਸਾਹਿਬ ਨੂੰ ਸੱਪ ਨੇ ਸ਼ਾਮ ਨਹੀਂ ਕੀਤੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮਾਫ ਕਰਨਾ, ਭਾਈ ਮਣੀ ਸਿੰਘ ਹੋਏ ਨੇ ਸੰਤ ਬਾਬਾ ਅਤਰ ਸਿੰਘ ਦੇ ਸੇਵਕ। ਇੱਕ ਵਿਦਵਾਨ ਪੰਡਤ ਦੇ ਨਾਲ ਵਿਚਾਰ ਚੱਲ ਪਈ। ਉਹ ਵਿਦਵਾਨ ਪੰਡਤ ਲੱਗਾ, ਇਹਨਾਂ ਲੋਕਾਂ ਨੂੰ, ਇਹੋ ਜਿਹੇ ਲੋਕਾਂ ਨੂੰ ਗੱਲਾਂ ਜ਼ਿਆਦਾ ਕਰਨੀਆਂ ਆਉਂਦੀਆਂ ਨੇ। ਰਾਤੀ ਜਥੇਦਾਰ ਵੀ ਕਹਿ ਕੇ ਗਏ ਨੇ ਕਿ ਮੁੱਕਦੀ ਗੱਲ ਕਿ ਇਹੋ ਜਿਹੇ ਬੰਦੇ ਜ਼ਿਆਦਾ ਆਉਂਦੇ ਨੇ ਜਿਹੜੇ ਕਮੀਆਂ ਵੇਖਦੇ ਨੇ, ਜਿਹੜੇ ਗੁਣ ਧਾਰਨ ਕਰਦੇ ਨੇ ਉਹ ਬੰਦੇ ਥੋੜੇ ਹੁੰਦੇ ਨੇ। ਬਿਨ ਗੁਣ ਗਾਹਕ ਜੇ ਵੇਚੀਏ ਤੋ ਗੁਣ ਸਹਿਜੋ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਕਾਏ। ਉਹ ਭਾਈ ਮਣੀ ਸਿੰਘ ਹੋਰੀ, ਸੰਤ ਮਣੀ ਸਿੰਘ ਕਹਿ ਲੋ, ਬਾਬਾ ਜੀ ਦੇ ਸੇਵਕ, ਉਹ ਲੱਗਾ ਕਹਿਣ ਜੀ ਇਹ ਗੱਲ ਮੰਨਣ ਤੇ ਨਹੀਂ ਆਉਂਦੀ, ਇਹ ਗੱਲ ਮੰਨਣ ਤੇ ਨਹੀਂ ਆਉਂਦੀ ਕਿ ਗੁਰੂ ਨਾਨਕ ਸਾਹਿਬ ਨੇ ਕੌੜੇ ਰੀਠੇ ਮਿੱਠੇ ਕੀਤੇ ਨੇ। ਗੁਰੂ ਨਾਨਕ ਨੇ ਕਿੱਕਰਾਂ ਦੇ ਨਾਲੋਂ ਮਠਿਆਈਆਂ ਝਾੜੀਆਂ ਨੇ। ਗੁਰੂ ਨਾਨਕ ਨੇ ਦਰਖਤਾਂ ਦੇ ਨਾਲੋਂ ਲੱਡੂ ਝਾੜੇ ਨੇ। ਅੱਕਾਂ ਦੀਆਂ ਖੱਖੜੀਆਂ ਮਿੱਠੀਆਂ ਕੀਤੀਆਂ ਨੇ। ਗੱਲ ਮੰਨਣ ਤਾਂ ਨਹੀਂ ਆਉਂਦੀ। ਸੰਤ ਮਣੀ ਸਿੰਘ ਨੇ ਆਖਿਆ, ਪੰਡਤ ਜੀ ਮਠਿਆਈਆਂ ਅੱਜ ਵੀ ਝੜ ਸਕਦੀਆਂ ਨੇ। ਕਹੋ ਕਬੀਰ ਜਿਨ ਦਿਆ ਪਲੀਤਾ, ਸਾਰੇ ਪੜੋ, ਕਹੋ ਕਬੀਰ ਜਿਨ ਦਿਆ ਪਲੀਤਾ, ਤਿਨ ਤੈਸੀ ਚੱਲ ਦੇਖੀ, ਤਿਨ ਤੈਸੀ ਚੱਲ ਦੇਖੀ। ਜਿੰਨਾ ਕਮਾਈ ਜਿੰਨਾ ਗੁੜ ਉਹਨਾਂ ਮਿੱਠਾ। ਕਹਿੰਦਾ ਪੰਡਤ ਜੀ ਮਠਿਆਈਆਂ ਅੱਜ ਵੀ ਝੜ ਸਕਦੀਆਂ ਨੇ। ਕਹਿੰਦਾ ਕਿਵੇਂ? ਕਹਿੰਦੇ ਲੈ ਹੋਣੇ ਲੈ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਲੈ ਹੋਣੇ ਲੈ। ਸੰਤ ਮਣੀ ਸਿੰਘ ਕਹਿੰਦੇ ਨੇ ਟਾਹਲੀ ਦਾ ਬੂਟਾ ਰੁੱਖ ਖੜਾ ਸੀ, ਉਹਦੇ ਉੱਤੇ ਚੜ ਕੇ ਜਦੋਂ ਹਲੂਣਾ ਦਿੱਤਾ ਨਾ, ਆਖਿਆ ਲਓ ਪੰਡਤ ਜੀ ਜਿੰਨੀਆਂ ਮਰਜ਼ੀ ਖਾ ਲਓ। ਜਦੋਂ ਮਠਿਆਈਆਂ ਝੜਨੀਆਂ ਸ਼ੁਰੂ ਹੋ ਗਈਆਂ, ਮੁੱਕਦੀ ਗੱਲ ਕੀ ਕਰੋ ਕਿ ਸੰਗਤ ਸ਼ਰਧਾਲੂ ਹਿਰਦਾ ਬੜਾ ਨਰਮ ਹੁੰਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਸ਼ਰਧਾਲੂ ਹਿਰਦਾ ਬੜਾ ਨਰਮ ਹੁੰਦਾ। ਉਹ ਸੁਤੇ ਸਿੱਧ ਵੀ ਕੋਈ ਬਚਨ ਕਰ ਦਿੰਦੇ ਸੀ, ਉਹਨਾਂ ਦੀ ਰਸਨਾ ਤੋਂ ਨਿਕਲਿਆ ਬਚਨ ਕਦੇ ਬਿਰਥਾ ਨਹੀਂ ਸੀ ਜਾਂਦਾ। ਖੈਰ ਗੁਰੂ ਕੀ ਸੰਗਤ, ਮਹਾਰਾਜ ਜਦੋਂ ਇੰਗਲੈਂਡ ਨੂੰ ਗਏ ਨੇ, ਪਟਿਆਲੇ ਦੀਵਾਨ ਸਨ। ਪਟਿਆਲੇ ਦੇ ਅਖੀਰਲੇ ਦੀਵਾਨ ਵਿੱਚ ਮਹਾਂਪੁਰਖਾਂ ਨੇ ਇੱਕ ਧਾਰਨਾ ਪੜੀ, ਖਾਲਸਾ ਜੀ ਧਨ ਜੋਬਨ ਅਰ ਫੁੱਲੜਾ, ਨਾਠੜੀਏ ਦਿਨ ਚਾਰ, ਪੱਬਣ ਕੇਰੇ ਪਰਜੋਂ ਡਲ ਡੁਲ ਝੁੰਮਣ, ਹਰ ਰੰਗ ਮਾਨ ਲੈ ਪਿਆਰਿਆ ਦਾ ਜੀਵਨ ਨੌਲਾ। ਜਦੋਂ ਸ਼ਬਦ ਪੜ੍ਹਿਆ ਨਾ, ਦੱਸੇ ਜਾਂਦੇ ਸਨ, ਇਸ਼ਾਰੇ ਕਰੀ ਜਾਂਦੇ ਸਨ। ਕਿਸੇ ਸਮੇਂ ਜਥੇਦਾਰ ਬਾਬਾ ਮਹਿੰਦਰ ਸਿੰਘ ਨੇ ਆਖਿਆ ਸੀ, ਬਾਬਾ ਜੀ ਪਹਿਲੇ ਮਹਾਂਪੁਰਖ ਦੱਸ ਕੇ ਜਾਂਦੇ ਰਹੇ ਨੇ, ਦੱਸ ਕੇ ਜਾਂਦੇ ਰਹੇ ਨੇ, ਸਾਰੇ ਦੱਸ ਕੇ ਜਾਂਦੇ ਰਹੇ ਨੇ। ਆਪ ਜੀ ਨੇ ਵੀ ਜੇ ਜਾਣਾ ਨਾ, ਇੰਜ ਕਰਕੇ ਕਰੋ ਵੀ ਦੱਸ ਕੇ ਜਾਓ ਕਦੋਂ ਜਾਣਾ। ਕਹਿੰਦੇ ਜਥੇਦਾਰਾ
ਹੁਣ ਦੱਸ ਕੇ ਜਾਣ ਦੇ ਸਮੇਂ ਨਹੀਂ ਰਹਿ, ਕਿਉਂਕਿ ਬਾਬਾ ਕਰਮ ਸਿੰਘ ਹੋਤੀ ਮਰਦਾਨ ਜਿਨ੍ਹਾਂ ਤੋਂ 360 ਬ੍ਰਹਮ ਗਿਆਨੀ ਹੋਇਆ ਖਾਲਸਾ ਜੀ, 100 ਬ੍ਰਹਮ ਗਿਆਨੀ ਤਾਂ ਹਰ ਸਮੇਂ ਉਹਦੇ ਨਾਲ ਹੀ ਰਹਿੰਦਾ ਸੀ। ਪੋਠੋਹਾਰ ਦਾ ਇਲਾਕਾ, ਉਸ ਇਲਾਕੇ ਦੀ ਬੋਲੀ ਬਾਬਾ ਕਰਮ ਸਿੰਘ ਤੁਰੇ ਜਾ ਰਹੇ ਨੇ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾੜਾ ਸਾਹਿਬ ਦਾ ਨਾਂ ਕਰਮਸਰ ਕਿਉਂ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਕਿ ਰਾੜਾ ਸਾਹਿਬ ਦਾ ਨਾਂ ਕਰਮਸਰ ਕਿਉਂ ਹੈ। ਰਾੜਾ ਸਾਹਿਬ ਦਾ ਨਾਂ ਕਰਮ ਸਿੰਘ ਸਰ ਇਸ ਕਰਕੇ ਹੈ ਕਿਉਂਕਿ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਬਾਬਾ ਕਰਮ ਸਿੰਘ ਦਾ ਅਵਤਾਰ ਸਨ ਖਾਲਸਾ ਜੀ। ਜਦੋਂ ਉੱਥੇ ਬਾਬਾ ਕਰਮ ਸਿੰਘ ਦਾ ਅੰਤਮ ਸਮਾਂ ਆਇਆ, ਉਸ ਇਲਾਕੇ ਦੀ ਬੋਲੀ ਕਹਿੰਦੇ ਹੁਣ ਮੈਂ ਕੀਰਤਨ ਵੀ ਕਰਸੀ, ਹੁਣ ਮੈਂ ਕੀਰਤਨ ਵੀ ਕਰਸੀ। ਮੁੱਕਰੀ ਗੱਲ ਕੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਿਨ੍ਹਾਂ ਦੇ ਲੰਗਰਾਂ ਦੇ ਵਿੱਚ ਬਾਬਾ ਲਾਲ ਸਿੰਘ ਸੇਵਾ ਕਰਿਆ ਕਰਦੇ ਸਨ। ਅੰਗਰੇਜ਼ ਦਾ ਰਾਜ ਸੀ। ਬਾਬਾ ਕਰਮ ਸਿੰਘ ਜਦੋਂ ਕੋਈ ਨਵਾਂ ਰੰਗਰੂਟ ਭਰਤੀ ਹੁੰਦਾ ਨਾ, ਉਹਦੀ ਜਾਮਣੀ ਦੇਣੀ ਪੈਂਦੀ ਸੀ, ਅਗਵਾਈ ਦੇਣੀ ਪੈਂਦੀ ਸੀ। ਬਾਬਾ ਲਾਲ ਸਿੰਘ ਨੂੰ ਜਦੋਂ ਭਰਤੀ ਬਾਬਾ ਲਾਲ ਸਿੰਘ ਜੀ ਹੋਏ, ਆਪ ਜੀ ਦੀ ਜਾਮਣੀ ਜਾਂ ਅਗਵਾਈ ਬਾਬਾ ਕਰਮ ਸਿੰਘ ਨੇ ਦਿੱਤੀ ਸੀ। ਬਾਬਾ ਕਰਮ ਸਿੰਘ ਕੀ ਸੁਣਾਈਏ, ਇੱਕ ਵਾਰੀ ਕਹਿ ਦਿਓ ਕੀ ਸੁਣਾਈਏ। ਉਹ ਬਾਬਾ ਕਰਮ ਸਿੰਘ ਜਿਨ੍ਹਾਂ ਦੀ ਸਮਾਧੀ ਲੱਗੀ ਤੇ ਰਾਤ ਦਾ ਸਮਾਂ ਸੀ, ਵਿਚਾਰ ਬੜੀ ਸੰਕੋਚ ਕੇ ਕੀਤੀ ਜਾ ਰਹੀ ਹੈ। ਸ਼ਾਮ ਦਾ ਸਮਾਂ ਸੀ, ਸਮਾਧੀ ਲੱਗੀ ਹੈ ਦਰਿਆ ਦੇ ਕੰਢੇ। ਸੋਚਿਆ ਵੀ ਚਲੋ ਰਹਿਰਾਸ ਸਾਹਿਬ ਕਰਨ ਤੋਂ ਬਾਅਦ ਕੋਈ ਸਮਾਂ ਬੈਠ ਜਾਂਦੇ ਆ, ਡਿਊਟੀ ਤੇ ਚਲੇ ਜਾਵਾਂਗੇ। ਇਹੋ ਜਿਹੀ ਸਮਾਧੀ ਲੱਗੀ, ਬਾਬਾ ਜੀ ਡਿਊਟੀ ਤੇ ਜਾਣਾ ਭੁੱਲ ਗਿਆ। ਮੁੱਕਰੀ ਗੱਲ ਕਿ ਇੱਕ ਟੱਕ ਸਮਾਧੀ ਲੱਗੀ ਹੋਈ ਹੈ। ਇਧਰੋਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੇ, ਜਿਹੜਾ ਕੰਪਨੀ ਕਮਾਂਡਰ ਸੀ, ਅਫਸਰ ਸੀ, ਮਾਫ ਕਰਨਾ ਚੈਕਿੰਗ ਕਰਦੇ ਕਰਦੇ ਦੌਰੇ ਤੇ ਆਇਆ ਤੇ ਅੱਗੇ ਮਾਫ ਕਰਨਾ ਬਾਬਾ ਜੀ ਦੇ ਉੱਥੇ ਸਮਾਧੀ ਲੱਗੀ ਹੈ। ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੇ ਆਪਣੇ ਆਪ ਨੂੰ ਬਾਬਾ ਕਰਮ ਸਿੰਘ ਦੇ ਰੂਪ ਵਿੱਚ ਸਾਧ ਸੰਗਤ ਜੀ ਪ੍ਰਗਟ ਕੀਤਾ। ਪੈਰੇ ਤੇ ਖੜੇ ਨੇ, ਅੰਗਰੇਜ਼ ਹਿੰਦੀ ਇਸੇ ਤਰ੍ਹਾਂ ਹੀ ਬੋਲਦਾ ਸੀ। ਜਦੋਂ ਮਾਰਿਆ ਸਲੂਟ ਤੇ 10 ਕਦਮ ਪਿੱਛੇ ਅੰਗਰੇਜ਼ ਹਟ ਗਿਆ। ਜਾਂਦੇ ਜਾਂਦੇ ਲਿਖ ਗਿਆ, ਕਰਮ ਸਿੰਘ ਕੱਲ से तुम्हारे को हौलदार बना दिया जाता है। मुकरी गल कि दिन का निकलना बाबा करम सिंह का देखना भी ਇਹਦਾ दिन निकल गया, शाम सी, सूरज इधर सी, इधर किवें हो गया। मुकरी गल कि खालसा दी अफसर दे कोल गए, आख्या क्या बात है करम सिंह, रात तेरे चेहरे पे बहुत जलाल था। आख्या जी मैनू मजाक क्यों करते हो, मैनू मजाक क्यों करते हो। मुकरी गल की, आख्या नहीं मजाक वाली तो कोई बात नहीं है, बहुत जलाल से। आख्या असी तो तेनू राती, बाबा जी कहते मैं तो आए नहीं राती, कहते असी मैं तो तेनू राती हौलदार बनाता। उस मौके खालसा जी आख्या मैनू हौलदार आके देखो। उस मौके बाबा करम सिंह ने आख्या सी, उस कमांडर नूं आख्या सी, अंग्रेज कमांडर नूं आख्या सी साहब हुण मैं सरकार दी नौकरी नहीं करनी, ओदी चाकरी करनी जिहड़ा मेरी थां ते पहरा दे गया खालसा जी, जिहड़ा मेरी थां ते पहरा दे गया। कई कहंदे ने तुहानूं गल्लां नहीं दस्सण वालियां, एक वारी कह दे बहरू रब्बी भेदां नूं खोलना ये चंगी गल नहीं। जिंदगी का इको ही आधार बन जाए सिख का, जिंदगी का इको ही एम बन जाए, जे वडियाई होवे तो पातशाह तेरी होवे, जे वडियाई होवे तेरी होवे। गरीब नवाज मेरे ते इन्नी क बख्शिश कर, जे जिते जबान चू गल निकले तो तेरी निकले, किसी होर दी ना निकले। मुकदी गल कि गुरु की संगत बड़े बड़े कमाइयां वाले साधु इस संप्रदा दे विच होए खालसा जी। मुकदी गल कि बाबा जी कहंदे ओदी चाकरी करांगे जिहड़ा साडा पहरा दे गया। अंतम समा बाबा करम सिंह दा आया। जदों अंतम समा आया
ਤੇ ਮੁੱਕਰੀ ਗੱਲ ਕਿ ਗੁਰੂ ਕੀ ਸੰਗਤ 7 ਦਿਨ ਪਹਿਲਾਂ ਸੰਗਤ ਨੂੰ ਕਿਹਾ ਗੁਰੂ ਨਾਨਕ ਦੀ ਇਹ ਸੰਗਤ ਹੈ, ਅੱਜ ਤੋਂ 7ਵੇਂ ਨੂੰ ਅਸੀਂ ਸੱਚਖੰਡ ਚਲੇ ਜਾਣਾ। ਸੰਗਤਾਂ ਦੀਆਂ ਤਾਹਾਂ ਨਿਕਲ ਗਈਆਂ। ਗੁਰੂ ਕੀ ਸੰਗਤ ਬਾਬਾ ਲਾਲ ਸਿੰਘ ਦੇ ਕੋਲ ਸੰਗਤ ਪੁੱਜੀ, ਆਖਿਆ ਬਾਬਾ ਜੀ ਵੱਡੇ ਮਹਾਂਪੁਰਖਾਂ ਨੇ ਬਾਬਾ ਕਰਮ ਸਿੰਘ ਨੇ ਬਚਨ ਕਰ ਦਿੱਤਾ ਹੈ, ਅੱਜ ਤੋਂ 7ਵੇਂ ਨੂੰ ਸੱਚਖੰਡ ਚਲੇ ਜਾਣਾ। ਬਾਬਾ ਲਾਲ ਸਿੰਘ ਜੀ ਲੱਗੇ ਕਹਿਣ, ਮੇਰਾ ਤਾਂ ਪ੍ਰਣ ਸੀ, ਮੈਂ ਤਾਂ ਪ੍ਰਣ ਕਰਕੇ ਆਇਆ ਸੀ ਕਿ ਮੈਂ ਬਾਬਾ ਕਰਮ ਸਿੰਘ ਦੇ ਹੱਥਾਂ ਵਿੱਚ ਜਾਣਾ। ਉਸ ਮੌਕੇ ਗੁਰੂ ਕੀ ਸੰਗਤ ਦੂਜੇ ਦਿਨ ਸੰਗਤ ਨੂੰ ਨਾਲ ਲੈ ਕੇ ਬਾਬਾ ਲਾਲ ਸਿੰਘ ਜੀ ਗੁਰੂ ਕੀ ਸੰਗਤ ਬਾਬਾ ਕਰਮ ਸਿੰਘ ਮਹਾਰਾਜ ਦੇ ਚਰਨਾਂ 'ਚ ਪੁੱਜੇ। ਆਖਿਆ ਮਹਾਂਪੁਰਖੋ ਦੰਦ ਜੁੜ ਗਿਆ। ਬਾਬਾ ਲਾਲ ਸਿੰਘ ਨੇ ਜਦੋਂ ਦੰਦ ਜੁੜ ਗਏ, ਬਾਬਾ ਕਰਮ ਸਿੰਘ ਨੇ ਆਖਿਆ ਲਾਲ ਸਿੰਘ ਕੀ ਗੱਲ ਆ? ਆਖਿਆ ਬਾਬਾ ਜੀ ਮੇਰਾ ਤਾਂ ਪ੍ਰਣ ਸੀ ਕਿ ਤੁਹਾਡੇ ਹੱਥਾਂ ਵਿੱਚ ਜਾਵਾਂ, ਤੁਹਾਡੇ ਹੱਥਾਂ ਵਿੱਚ ਜਾਵਾਂ। ਬਾਬਾ ਕਰਮ ਸਿੰਘ ਨੇ ਆਖਿਆ ਲਾਲ ਸਿਆਂ ਰੱਬੀ ਹੁਕਮ ਹੈ, ਜੋ ਦੁਨੀਆ ਤੇ ਆਇਆ ਉਹਨੂੰ ਜਾਣਾ ਪੈਣਾ। ਔਰ ਬੜੇ ਬੜੇ ਅਵਤਾਰ ਸਮੇਂ ਨਾਲ ਆਏ ਚਲੇ ਗਏ, ਸਾਡੀਆਂ 10 ਪਾਤਸ਼ਾਹੀਆਂ ਸਮੇਂ ਨਾਲ ਆਈਆਂ ਚਲੀਆਂ ਗਈਆਂ। ਮੁੱਕਦੀ ਗੱਲ ਕਿ ਸਮੇਂ ਨਾਲ ਸਭ ਨੇ ਚਲਿਆ ਜਾਣਾ। ਬਾਬਾ ਉਹ ਇਲਾਕਾ ਸੀ ਜਿਹੜਾ ਪਠਾਣੀ ਇਲਾਕਾ ਸੀ, ਹੋਤੀ ਤੇ ਮਰਦਾਨ 2 ਪਿੰਡ ਸਨ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਤੇ ਉਹ ਇਲਾਕਾ ਪਠਾਣੀ ਸੀ, ਉੱਥੇ ਦੇ ਪਠਾਨ ਬੜੇ ਵਿਗੜੇ ਸਨ। ਬਾਬਾ ਕਰਮ ਸਿੰਘ ਦੀ ਕਿਰਪਾ ਨਾਲ ਉੱਥੇ ਦੇ ਪਠਾਨ ਵੀ ਦੇਵਤਿਆਂ ਦੀ ਤਰ੍ਹਾਂ ਬਣ ਗਏ ਸਨ। ਬਾਬਾ ਲਾਲ ਸਿੰਘ ਨੇ ਆਖਿਆ ਬਾਬਾ ਜੀ ਕਿਰਪਾ ਕਰੋ, ਕਿਰਪਾ ਕਰੋ ਬਾਬਾ ਜੀ, ਕੋਈ ਸਮਾਂ ਸੰਗਤਾਂ ਨੂੰ ਹੋਰ ਦਿਓ। ਬਾਬਾ ਕਰਮ ਸਿੰਘ ਕਹਿੰਦੇ ਇਹ ਕਿੱਦਾਂ ਹੋ ਸਕਦਾ? ਮਹਾਰਾਜ ਜਿਵੇਂ ਮਰਜ਼ੀ ਕਿਰਪਾ ਕਰੋ। ਖੜੇ ਖਲੋਤੇ ਬਾਬਾ ਕਰਮ ਸਿੰਘ ਦੀ ਸਮਾਧੀ ਲੱਗ ਗਈ। ਇੱਕ ਪਾਸੇ ਸੰਗਤ ਦਾ, ਜਦੋਂ ਬਾਬਾ ਲਾਲ ਸਿੰਘ ਨੇ ਆਖਿਆ ਕਿ ਸੰਗਤ ਦਾ ਬਚਨ ਤਾਂ ਗੁਰੂ ਗੋਬਿੰਦ ਸਿੰਘ ਨੇ ਨਹੀਂ ਸੀ ਮੋੜਿਆ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਤੁਰ ਪਏ ਸਨ। ਮਹਾਰਾਜ ਸੰਗਤਾਂ ਦੇ ਮਨ ਨਾ ਤੋੜੋ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਮਹਾਰਾਜ ਬਾਬਾ ਕਰਮ ਸਿੰਘ ਦੀ ਸਮਾਧੀ ਲੱਗ ਗਈ। ਇੱਕ ਪਾਸੇ ਪਿਆਰਿਆਂ ਦਾ ਹੁਕਮ ਹੈ ਕਿ ਕਰਮ ਸਿੰਘ ਆ ਜਾ, ਇੱਕ ਪਾਸੇ ਸੰਗਤਾਂ ਦੀਆਂ ਬੇਨਤੀਆਂ ਅਰਦਾਸਾਂ ਨੇ। ਮੁੱਕਦੀ ਗੱਲ ਕਿ ਹੋਰ ਸਮਾਂ ਦਿਓ, ਹੋਰ ਸਮਾਂ ਦਿਓ। ਕਹਿੰਦੇ ਨੇ ਬਾਬਾ ਕਰਮ ਸਿੰਘ ਨੂੰ ਆਕਾਸ਼ਬਾਣੀ ਹੋਈ, ਆਖਿਆ ਕਰਮ ਸਿਆਂ ਹੁਕਮ ਵਿੱਚ ਵੀ ਵਿਗੜ ਨਹੀਂ ਪਏਗਾ, ਹੁਕਮ ਵਿੱਚ ਵੀ ਵਿਗੜ ਨਹੀਂ ਪਏਗਾ ਤੇ ਸੰਗਤਾਂ ਦੀ ਭਾਵਨਾ ਵੀ ਪੂਰੀ ਹੋ ਜਾਏਗੀ। ਕਰਮ ਸਿਆਂ ਜਿਵੇਂ ਤੇਰੀ ਥਾਂ ਤੇ ਮੈਂ ਪਿਆਰਾ ਦਿੱਤਾ ਸੀ, ਤੂੰ ਆਪਣੀ ਥਾਂ ਤੇ ਕਿਸੇ ਹੋਰ ਨੂੰ ਭੇਜ ਦੇ ਖਾਲਸਾ ਜੀ। ਮਹਾਰਾਜ ਨੇਤਰ ਖੁੱਲੇ, ਨੇਤਰ ਖੁੱਲੇ, ਨੇਤਰ ਜਦੋਂ ਨੇਤਰ ਖੁੱਲੇ ਤੇ ਆਖਿਆ ਲਾਲ ਸਿਆਂ ਭਈ ਤੇਰੀ ਉਮਰ ਇੰਨੀ ਕੁ ਰਹਿੰਦੀ, ਆਪਾਂ ਤਬਾਦਲਾ ਕਰ ਲਈਏ, ਮੇਰੀ ਥਾਂ ਤੇ ਤੂੰ ਚਲਾ ਜਾ। ਇਹੀ ਗੱਲ ਜਥੇਦਾਰ ਨੇ ਕਹੀ ਸੀ, ਸਾਡੇ ਵੱਡੇ ਦੱਸ ਕੇ ਜਾਂਦੇ ਰਹੇ ਨੇ। ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਿੱਖ ਤੇ ਸਾਧ ਮੀਆਂ। ਸ਼ੇਰੇ ਪੰਜਾਬ ਦਾ ਰਾਜ ਸੀ, ਡੋਗਰੇ ਫੜ ਗਏ ਸਨ, ਡੋਗਰਿਆਂ ਦੀ ਫੌਜ ਬਾਗੀ ਹੋ ਗਈ ਸੀ। ਗੱਲ ਬੜੀ ਲੰਬੀ ਚੌੜੀ ਹੈ। ਉਹ ਬਾਬਾ ਵੀਰ ਸਿੰਘ ਰੰਗਾਵਾਦੀਏ ਜਿਨ੍ਹਾਂ ਦੇ ਲੰਗਰਾਂ ਵਿੱਚ 100 ਬੋਰੀ ਆਟੇ ਦੀ ਲੱਗਦੀ ਸੀ ਰੋਜ਼ ਦੀ। ਇਹ ਤੋਂ ਪਹਿਲੇ ਬਾਬਾ ਸਾਹਿਬ ਸਿੰਘ ਬੈਦੀ ਊਨਾ ਸਾਹਿਬ ਵਾਲੇ, ਜਦੋਂ ਮਲੇਰ ਕੋਟਲੇ ਦੇ ਨਵਾਬ ਨਾਲ ਮੁਕਾਬਲਾ ਹੋਇਆ, ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਇਹ ਸੰਪਰਦਾ ਦੇ ਸਾਧੂਆਂ ਨੇ ਜੰਗ ਵੀ ਕੀਤੇ ਨੇ ਖਾਲਸਾ ਜੀ। ਕਹਿੰਦੇ ਮਲੇਰ ਕੋਟ ਦੇ ਨਵਾਬ ਨੇ ਤਲਵਾਰ ਦਾ ਵਾਰ ਕੀਤਾ। ਬਾਬਾ ਸਾਹਿਬ ਸਿੰਘ ਬੈਦੀ ਊਨਾ ਸਾਹਿਬ ਵਾਲੇ ਜਿਨ੍ਹਾਂ ਦੇ ਥੱਲੇ ਘੋੜਾ 8 ਪੈਰ ਕੱਢਦਾ ਸੀ ਖਾਲਸਾ ਜੀ, ਇਹਨਾਂ ਬੜੀ ਸ਼ਰੀਰ ਸੀ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਨਵਾਬ ਨੇ ਤਲਵਾਰ ਦਾ ਵਾਰ ਕਰਨਾ, ਬਾਬਾ ਸਾਹਿਬ ਸਿੰਘ ਨੇ ਤਲਵਾਰ ਦੇ ਵਾਰ ਨੂੰ ਰੋਕਣਾ। ਆਖਿਆ ਹੋਰ ਕਰ, ਦੂਜਾ ਵਾਰ ਰੋਕਣਾ। ਆਖਿਆ ਮਾਂ ਦਿਆ ਪੁੱਤਰਾ, ਜੰਗ ਦੇ ਮੈਦਾਨ ਵਿੱਚ ਆ ਤੇ ਗਿਆ, ਪਰ ਜੇ ਜੰਗ ਦੇ ਮੈਦਾਨ ਦੇ ਵਿੱਚ ਆਉਣਾ ਹੀ ਸੀ, ਤਲਵਾਰ ਵਾਹੁਣ ਦੀ, ਤਲਵਾਰ ਚਲਾਉਣ ਦੀ ਜਾ ਸਿੱਖ ਕੇ ਆਉਂਦਾ। ਜੰਗ ਦੇ ਮੈਦਾਨ ਵਿੱਚ ਸੂਰਮੇ ਤਲਵਾਰ ਇੰਜ ਨਹੀਂ ਵਾਹੁੰਦੇ। ਆਂਦਾ ਬਾਬਾ ਜੀ, ਬਾਬਾ ਜੀ, ਆਂਦਾ ਬਾਬਾ ਜੀ ਕਿਵੇਂ ਵਾਹੁੰਦੇ ਨੇ? ਕਹਿੰਦਾ ਫਿਰ ਦਸੀਏ। ਕਹਿੰਦਾ ਕਰੋ ਕਿਰਪਾ। ਬਾਬਾ ਜੀ ਨੇ ਮਾਰੀ ਪੁੱਠੀ ਤਲਵਾਰ, ਸਿਰ ਲਾ ਕੇ
ਮਲੇਰਕੋਟਲੇ ਦੇ ਨਵਾਬ ਦਾ ਪਰਾਂ ਮਾਰਿਆ ਖਾਲਸਾ ਜੀ। ਮੁੱਕਦੀ ਗੱਲ ਕਿ ਜਿਨ੍ਹਾਂ ਦੇ ਲੰਗਰਾਂ ਵਿੱਚ ਅਨੰਦਪੁਰ ਸਾਹਿਬ ਦੇ ਮੇਲੇ ਤੇ 35 ਮਣ ਪੱਕਾ ਲੂਣ ਲੱਗਦਾ ਸੀ ਖਾਲਸਾ ਜੀ। 35 ਮਣ ਪੱਕਾ ਲੂਣ ਲੱਗਦਾ ਸੀ ਖਾਲਸਾ ਜੀ। ਖੈਰ ਇੱਧਰ ਨਾ ਜਾਈਏ, ਜਦੋਂ ਬਾਬਾ ਸਾਹਿਬ ਸਿੰਘ ਬੇਦੀ ਉਹਨਾਂ ਸਾਹਿਬ ਵਾਲਿਆਂ ਨੇ ਸਰੀਰ ਤਿਆਗਣਾ ਸੀ, ਸਰੀਰ ਦੇ ਉੱਤੇ 80 ਜ਼ਖਮ ਸਨ। ਸਿੰਘ ਨੂੰ ਆਖਿਆ ਸੋਹਣੀ ਸਾਹ ਦਾ ਪਾਠ ਕਰੋ। ਜਦੋਂ ਸੋਹਣੀ ਸਾਹ ਦਾ ਪਾਠ ਸ਼ੁਰੂ ਹੋ ਗਿਆ, ਮਹਾਂਪੁਰਖਾਂ ਨੇ ਇੱਕ ਸਵਾਸ ਖਿੱਚਿਆ, ਸੰਗਤਾਂ ਰੋਣ ਲੱਗੀਆਂ। ਬਾਬਾ ਜੀ ਕਹਿੰਦਾ ਕੀ ਗੱਲ ਰੋਂਦਾ ਕਿਉਂ? ਭਾਣਾ ਮੰਨਣਾ ਨਹੀਂ? ਮੈਂ ਕੋਈ ਨਵਾਂ ਕੰਮ ਲੱਗਾ ਕਰਨ, ਇੱਥੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ, ਮੈਂ ਕੋਈ ਨਵਾਂ ਕੰਮ ਲੱਗਾ ਕਰਨ। ਇਹੀ ਗੱਲ ਸੰਤ ਮਹਾਰਾਜ ਮਾਫ ਕਰਨ ਦੇ ਸਾਹਮਣੇ, ਮਾਫ ਕਰਨਾ ਗੁਰੂ ਕੀ ਸੰਗਤ ਦੇ ਜਥੇਦਾਰ ਨੇ ਰੱਖੀ ਸੀ। ਬਾਬਾ ਜੀ ਦੱਸ ਕੇ ਜਾਣਾ, ਜੇ ਜਾਣਾ ਹੀ ਹੈ ਤਾਂ ਇੱਥੇ ਸਰੀਰ ਛੱਡ ਦੋ। ਇਹ ਮਾਫ ਕਰਨਾ ਬੜੀਆਂ ਲੰਬੀਆਂ ਗੱਲਾਂ ਨੇ, ਵਿਚਾਰਾਂ ਨੇ। ਇੱਥੇ ਬਾਬਾ ਕਰਮ ਸਿੰਘ ਜੀ ਕਹਿੰਦੇ ਆਪਾਂ ਤਬਾਦਲਾ ਕਰ ਲਈਏ। ਬਾਬਾ ਲਾਲ ਸਿੰਘ ਨੂੰ ਚਾਹ ਚੜ ਗਿਆ, ਬਾਬਾ ਜੀ ਮੈਂ ਤੇ ਪਹਿਲਾਂ ਹੀ ਚਾਹੁੰਦਾ ਸਾਂ ਕਿ ਤੁਹਾਡੇ ਹੱਥਾਂ ਵਿੱਚ ਜਾਵਾਂ। ਜਿਸ ਪਿਆਰੇ ਸੋ ਨੇਹੋ ਤਿਸ ਆਗੇ ਮਰ, ਚੱਲੀਆ ਤ੍ਰਿਗ ਜੀਵਨ ਸੰਸਾਰ। ਮਾਫ ਕਰਨਾ ਤਾਂ ਕਿ ਪਾਛੇ ਜੀਵਣਾ ਗੁਰੂ ਕੀ ਸੰਗਤ। ਖੈਰ ਥਾਂ ਥਾਂ ਤੇ ਅਨਾਉਂਸਮੈਂਟ ਕਰ ਦਿੱਤਾ ਗਿਆ। ਬਾਬਾ ਕਰਮ ਸਿੰਘ ਨੂੰ ਕੌਣ ਨਹੀਂ ਸੀ ਜਾਣਦਾ। ਸੰਗਤਾਂ ਦੇ ਵਿੱਚ ਗੱਲ ਚੱਲ ਪਈ, ਅੱਜ ਤੂੰ 7ਵੇਂ ਨੂੰ ਬਾਬਾ ਕਰਮ ਸਿੰਘ ਦੀ ਥਾਂ ਤੇ ਬਾਬਾ ਲਾਲ ਸਿੰਘ ਸੱਚਖੰਡ ਜਾ ਰਹੇ ਨੇ। ਜਿਨ੍ਹਾਂ ਜ਼ਿੰਦਗੀ ਲਾਈ ਉਹਨਾਂ ਦਾ ਕੁਝ ਬਣਦਾ। ਮਾਫ ਕਰਨਾ ਮਾਰੇ ਪੜ੍ਹਿਆ ਕਿਆ ਕਰਦੇ ਸਨ, ਮਾਫ ਕਰਨਾ ਗੁਰੂ ਕੀ ਸੰਗਤ ਪੜ੍ਹਿਆ ਕਰਦੇ ਸਨ। ਉਹਨੂੰ ਪੂਜਦੇ ਨੇ ਰਤਨ ਕਰੋੜ, ਜਿਨ੍ਹਾਂ ਦੀ ਪਿਆਰੇ ਨਾਲ ਨਿਭ ਗਈ। ਮੁੱਲ ਨਿਭੀਆਂ ਦਾ ਪੈਂਦਾ, ਮੁੱਲ ਉਹਨਾਂ ਦਾ ਪੈਂਦਾ ਜਿਨ੍ਹਾਂ ਜ਼ਿੰਦਗੀ ਮਾਲਕ ਦੇ ਚਰਨਾਂ ਵਿੱਚ ਲਾਈ ਹੈ। ਜਦੋਂ ਸਰੀਰ ਛੱਡਣਾ ਸੀ, ਕਹਿੰਦਾ ਜਥੇਦਾਰਾ ਜਦੋਂ ਕਿਸੇ ਤੋਂ ਕੋਈ ਚੀਜ਼ ਲੈਨੇ ਆ, ਚੀਜ਼ ਉਧਾਰ ਮੰਗਦੇ ਆ, ਜਦੋਂ ਚੀਜ਼ ਵਾਪਸ ਕਰਦੇ ਆ, ਮੂੰਹ ਉਹੋ ਜਿਹਾ ਹੁੰਦਾ ਜਿਹੋ ਜਿਹਾ ਲੈਣ ਲੱਗਿਆ ਹੁੰਦਾ। ਉਧਾਰ ਲੈਣ ਲੱਗਿਆ ਕਿਸੇ ਤੋਂ ਚੀਜ਼ ਜਦੋਂ ਲੈਨੇ ਆ, ਉਹੋ ਜਿਹਾ ਹੀ ਮੂੰਹ ਹੁੰਦਾ ਜਦੋਂ ਵਾਪਸ ਕਰਦੇ ਆ। ਆਖਿਆ ਬਾਬਾ ਜੀ ਫਰਕ ਪੈ ਜਾਂਦਾ। ਕਹਿੰਦੇ ਨੇ ਹੱਸ ਕੇ ਨਿਰੰਕਾਰ ਤੋਂ ਸਰੀਰ ਲਿਆ ਸੀ ਤੇ ਹੱਸ ਕੇ ਦੇ ਰਹੇ ਖਾਲਸਾ ਜੀ, ਹੱਸ ਕੇ ਦੇ ਰਹੇ। ਧੰਨ ਮਹਾਰਾਜ। ਖੈਰ ਗੁਰੂ ਕੀ ਸੰਗਤ ਕਹਿੰਦਾ ਨਾ ਦੂਰ ਦੂਰ ਤੱਕ ਡੌਂਡੀ ਪਰਵਾਤੀ ਗਈ। ਲੋਕ ਆਪਸੇ ਕਹਿੰਦੇ ਹੋ ਦੱਸੋ, ਸੰਤ ਆਪਣੀ ਝੂਠੀ ਵਡਿਆਈ ਵਾਸਤੇ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਆਪਣੀ ਝੂਠੀ ਵਡਿਆਈ ਵਾਸਤੇ, ਝੂਠੀ ਸ਼ੌਹਰਤ ਵਾਸਤੇ ਵਡਿਆਈਆਂ ਪੈ ਮਾਰਦੇ ਨੇ। ਭਲਾ ਕਿਸੇ ਦੀ ਥਾਂ ਤੇ ਕੋਈ ਮਰਦਾ ਹੈ? ਭਲਾ ਕਿਸੇ ਦੀ ਥਾਂ ਤੇ ਕੋਈ ਜਾਂਦਾ? ਕਹਿੰਦੇ ਨੇ 7ਵਾਂ ਦਿਨ ਆ ਗਿਆ, ਅੱਜ ਲੱਖਾਂ ਦਾ ਇਕੱਠ ਹੈ, ਹੋਤੀ ਮਰਦਾਨ। ਮਹਾਂਪੁਰਖ ਮੈਨੂੰ ਹਜ਼ੂਰ ਸਾਹਿਬ ਤੋਂ ਆਉਂਦਿਆਂ ਨਾ ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਇੱਕ ਉੱਥੇ ਹੋਤੀ ਮਰਦਾਨ ਦਾ ਇੱਕ ਹਿੰਦੂ ਘਰਾਣੇ ਦਾ ਪਰਿਵਾਰ ਮਿਲਿਆ, ਸਾਡੇ ਚਿੱਟੇ ਚੋਗੇ ਦੇਖ ਕੇ ਲੱਗੇ ਕਹਿਣ ਬਾਬਾ ਜੀ ਤੁਸੀਂ ਕਿਹੜੀ ਸੰਪਰਦਾ ਚੋਂ ਕੌਣ? ਅਸੀਂ ਸੰਤ ਮਹਾਰਾਜ ਦਾ ਨਾਂ ਲਿਆ, ਬਾਬਾ ਕਰਮ ਸਿੰਘ ਦਾ ਨਾਂ ਲਿਆ। ਉਹ ਲੱਗੀ ਕਹਿਣ ਬਾਬਾ ਜੀ ਮੇਰੇ ਘਰ 'ਚ ਬੜੀ ਗਰੀਬੀ ਸੀ, ਇੱਕ ਐਡਾ ਕੁ ਪਿਆਲਾ ਸੀ ਜਿਹਦੇ 'ਚ 2 ਕਿਲੋ ਦਹੀਂ ਪੈਂਦਾ ਸੀ। ਸਾਰੀ ਸੰਗਤ ਵਿੱਚ ਦਹੀਂ ਵਰਤਾਤਾ ਜਾਂਦਾ ਸੀ, ਪਰ ਦਹੀਂ ਫਿਰ ਵੀ ਨਹੀਂ ਸੀ ਮੁੱਕਦਾ। ਮੁੱਕਦੀ ਗੱਲ ਕੀ ਕਹਿਣਗੀ ਬਾਬਾ ਜੀ ਤੁਹਾਡੇ ਗੁਰੂ ਦੀ ਪੀਰ ਦੀ ਵੱਡਿਆਂ ਦੀ ਮੇਰੇ ਕੋਲ ਇੱਕ ਨਿਸ਼ਾਨੀ ਪਈ ਹੈ। ਕਹਿੰਦੀ ਮੇਰੇ ਘਰ ਖੁਸਰੇ ਆ ਗਏ ਇੱਕ ਦਿਨ। ਉਹ ਕਹਿੰਦੀ ਇੰਨੀ ਗਰੀਬੀ ਮੇਰੇ ਘਰ 'ਚ। ਉਹਨਾਂ ਮੈਨੂੰ ਆਖਿਆ ਕਿ ਮੇਰੇ ਕੋਲ ਸਾਡੇ ਕੋਲ ਇੱਕ ਪਿਆਲਾ ਲੈਣਾ ਤੇ ਲੈ ਲਓ। ਕਹਿੰਦੀ ਮੈਂ ਉਹਨਾਂ ਪਾਸੋਂ ਉਹ 2 ਰੁਪਈਏ ਦਾ ਲਿਆ। ਕਹਿੰਦੇ ਜਦੋਂ ਤੂੰ ਲੈ ਕੇ ਉਹ ਪਿਆਲਾ ਮੇਰੇ ਘਰ ਆਇਆ, ਬਾਬਾ ਜੀ ਮੇਰੀਆਂ ਫੈਕਟਰੀਆਂ ਚੱਲ ਰਹੀਆਂ ਨੇ ਪਾਕਿਸਤਾਨ 'ਚ, ਬਾਬਾ ਜੀ ਮੇਰੀਆਂ ਫੈਕਟਰੀਆਂ ਇੰਡਸਟਰੀਆਂ ਚੱਲ ਰਹੀਆਂ ਨੇ। ਉਹ ਮਹਾਂਪੁਰਖ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਤੁਰੇ ਜਾ ਰਹੇ ਨੇ ਆਪਣੀ ਮੌਤ 'ਚ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅੱਗੇ ਕਿਸੇ ਦੀ ਗਊ ਸੂ ਰਹੀ ਹੈ, ਕਦੀ ਉੜਦੀ ਹੈ, ਕਦੇ ਬਹਿੰਦੀ ਹੈ। ਲੋਕਾਂ ਨੇ ਆਖਿਆ ਬਾਬਾ ਜੀ ਮਾਫ ਕਰਨਾ। ਬਾਬਾ ਜੀ ਪੁੱਛਦੇ ਨਾਲ ਦੇ ਸਾਥੀਆਂ ਨੂੰ ਬਈ ਇਹ ਗਊ ਉੜਦੀ ਬਹਿੰਦੀ ਕਿਉਂ ਹੈ? ਕਹਿੰਦੇ ਬਾਬਾ ਜੀ ਪਸ਼ੂ ਜਦ ਸੂੰਦਾ ਹੈ ਨਾ ਉਹਨੂੰ ਕੋਈ ਕਸ਼ਟ ਤਾਂ ਹੁੰਦਾ ਹੀ ਹੈ, ਬੱਚੇ ਨੂੰ ਜਨਮ ਦੇਣ ਲੱਗਿਆ। ਆਖਿਆ ਬਾਬਾ ਜੀ ਇਹ ਸੂ ਰਹੀ ਹੈ। ਬਾਬਾ ਕਰਮ ਸਿੰਘ ਨੇ ਆਖਿਆ ਚੰਗਾ ਫਿਰ ਅੱਗੇ ਤੂੰ ਸੂੰਦੀ ਨਹੀਂ। ਜਦੋਂ ਇਹ ਬਚਨ ਕਹਿਤਾ ਤਾਂ ਘਰ ਵਾਲੇ ਲੱਗੇ ਕਹਿਣ ਬਾਬਾ ਜੀ
ਅਸੀਂ ਤਾਂ ਬੜੇ ਲੰਬੇ ਸਮੇਂ ਤੋਂ ਬਾਅਦ ਲਵੇਰੇ ਦਾ ਮੂੰਹ ਲੱਗੇ ਸਨ ਦੇਖਣ, ਦੁੱਧ ਦਾ ਮੂੰਹ ਦੇਖਣ ਲੱਗੇ ਸਾਂ। ਆਪ ਕਹਿੰਦੇ ਅੱਗੋਂ ਤੂੰ ਸੂੰਦੀ ਨਹੀਂ। ਬਾਬਾ ਕਰਮ ਸਿੰਘ ਕਹਿੰਦੇ ਅੱਛਾ, ਕਹਿੰਦੇ ਚੰਗਾ ਇਹ ਸੂੰਦੀ ਤੇ ਨਹੀਂ, ਪਰ ਜਦੋਂ ਤੱਕ ਰਹੇਗੀ ਦੁੱਧ ਦਿੰਦੀ ਰਹੇਗੀ ਖਾਲਸਾ ਜੀ, ਜਦੋਂ ਤੱਕ ਰਹੇਗੀ ਦੁੱਧ ਦਿੰਦੀ ਰਹੇਗੀ। ਅੱਜ 7ਵਾਂ ਦਿਨ ਬਾਬਾ ਲਾਲ ਸਿੰਘ ਨੇ 36 ਕਿਸਮ ਦੇ ਪਦਾਰਥ ਲੰਗਰ ਦੇ ਵਿੱਚ ਤਿਆਰ ਕੀਤੇ ਨੇ। ਖੈਰ ਗੁਰੂ ਕੀ ਸੰਗਤ, ਖੈਰ ਸੰਗਤਾਂ ਪੁੱਛਦੀਆਂ, ਉਹ ਖੱਦਰ ਦੀ ਕਫਣੀ ਗਲ 'ਚ ਪਾਈ ਹੁੰਦੀ, ਸੰਗਤਾਂ ਪੁੱਛਦੀਆਂ ਅੱਜ ਕਿਹੜੇ ਮਹਾਂਪੁਰਖ ਨੇ ਜਿਨ੍ਹਾਂ ਨੇ ਸੱਚਖੰਡ ਨੂੰ ਜਾਣਾ। ਆਓ ਜੀ ਉਹ ਸਾਹਮਣੇ ਬਾਬਾ ਲਾਲ ਸਿੰਘ ਜੀ ਜੋ ਲੰਗਰ ਤਿਆਰ ਕਰਵਾ ਰਹੇ ਨੇ, ਜੋ ਲੰਗਰ ਵਰਤਾ ਰਹੇ ਨੇ, ਜਿੰਨੇ ਮੂੰਹ ਤੇ ਓਨੀਆਂ ਗੱਲਾਂ। ਕੋਈ ਕਹਿੰਦਾ ਨਾ ਇਹਨਾਂ ਦਾ ਸਿਰ ਦੁਖਦਾ, ਨਾ ਇਹਨਾਂ ਨੂੰ ਬੁਖਾਰ, ਨਾ ਇਹਨਾਂ ਨੂੰ ਬਿਮਾਰੀ, ਐਵੇਂ ਗੱਲਾਂ ਪੈ ਮਾਰਦੇ ਨੇ। ਭਲਾ ਦੇਖੋ ਜਾਣ ਵਾਲੀ ਗੱਲ ਹੈ ਕੋਈ। ਉਹ ਦਿਨ ਦਾ 2 ਵਜੇ ਤੱਕ ਲੰਗਰ ਵਰਤਾਤਾ ਗਿਆ। ਬਾਬਾ ਲਾਲ ਸਿੰਘ ਨੇ ਕਰਕੇ ਸਕੇਸੀ ਇਸ਼ਨਾਨ ਬਾਬਾ ਕਰਮ ਸਿੰਘ ਦੇ ਚਰਨਾਂ 'ਚ ਪੁੱਜੇ। ਕਦੀ ਨਿਭ ਜਾਏ ਕਿਸੇ ਦੀ, ਰੱਬਾ ਹੋਰ ਤਾਂ ਜੋ ਮਰਜ਼ੀ ਹੋ ਜਾਏ, ਕਿਸੇ ਦੀ ਲੱਗੀ ਨਾ ਟੁੱਟ ਜਾਏ। ਖੈਰ ਬਾਬਾ ਲਾਲ ਸਿੰਘ ਨੇ ਬਾਬਾ ਕਰਮ ਸਿੰਘ ਮਹਾਰਾਜ ਦੇ ਚਰਨਾਂ ਦੇ ਸਿਰ ਰੱਖ ਕੇ ਜੀਵਨ ਦੇ ਵਿੱਚ ਹੋਈਆਂ ਭੁੱਲਾਂ ਦੀ ਮਾਫੀ ਮੰਗੀ। ਮਹਾਰਾਜ ਆਪ ਜੀ ਦੇ ਚਰਨਾਂ 'ਚ ਸੇਵਾ ਕਰਦੇ ਕਈ ਗਲਤੀਆਂ ਹੋ ਗਈਆਂ ਹੋਣਗੀਆਂ, ਭੁੱਲਾਂ ਹੋ ਗਈਆਂ ਹੋਣਗੀਆਂ। ਬਾਬਾ ਕਰਮ ਸਿੰਘ ਨੇ ਆਖਿਆ ਲਾਲ ਸਿਆਂ, ਲਾਲ ਬੜਾ ਅਮੋਲਕ ਹੁੰਦਾ, ਲਾਲ ਬੜਾ ਬਹੁਮੁੱਲਾ ਹੁੰਦਾ। ਲਾਲ ਸਿਆਂ ਤੂੰ ਲਾਲ ਸ਼ਬਦ ਨੂੰ ਸਕਾਰਤ ਕੀਤਾ। ਬਾਬਾ ਕਰਮ ਸਿੰਘ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਨ ਤੋਂ ਬਾਅਦ ਬਾਬਾ ਲਾਲ ਸਿੰਘ ਜੀ ਚਿੱਟੀ ਚਾਦਰ ਲੈ ਕੇ ਲੇਟ ਜਾਂਦੇ ਨੇ, ਸਰੀਰ ਨੂੰ ਇੰਝ ਤਿਆਗ ਜਾਂਦੇ ਨੇ ਜਿਵੇਂ ਸੱਪ ਕੰਜ ਉਤਾਰ ਕੇ ਰੱਖ ਦਿੱਤਾ। ਮੁੱਕਦੀ ਗੱਲ ਕੀ ਗੁਰੂ ਕੀ ਸੰਗਤ। ਬਾਬਾ ਜੀ ਇੰਗਲੈਂਡ ਦੇ ਵਿੱਚ ਸਮਾਂ ਆ ਗਿਆ ਨੇ। ਇੰਗਲੈਂਡ ਦੇ ਵਿੱਚ ਇਹੋ ਜਿਹਾ ਬਚਨ ਹੁੰਦਾ ਨੇ, ਗੱਲ ਕਰਦੇ ਕਰਦੇ ਬਾਬਾ ਜੀ ਬਚਨ ਹੁਣ ਵੀ ਲੋਕ ਦੱਸਦੇ ਸਨ, ਉੱਥੇ ਗੱਲ ਨੂੰ ਟਾਲ ਜਾਂਦੇ। ਮਾਰ ਕਹਿੰਦੇ ਜਥੇਦਾਰਾ ਵੈਸੇ ਤਾਂ ਪਾਣੀ ਇੱਥੇ ਵੀ ਬੜਾ, ਮਾਫ ਕਰਨਾ ਵੱਡਿਆਂ ਦਾ, ਮਾਫ ਕਰਨਾ ਵੱਡਿਆਂ ਦਾ। ਜਿੱਥੇ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ, ਕਿਸੇ ਦਾ ਪਾਕਿਸਤਾਨ ਰਹਿ ਗਿਆ, ਬਾਬਾ ਤਰਸੇਮ ਮਹਾਰਾਜ ਰੇਰੂ ਸਾਹਿਬ ਵਾਲੇ, ਉਹਨਾਂ ਦਾ ਸਰੀਰ। ਮੁੱਕਦੀ ਗੱਲ ਕੀ ਗੁਰੂ ਕੀ ਸੰਗਤ, ਆ ਨੇੜੇ ਪੈਂਦਾ ਹਰੀ ਕੇ ਪਤਨ, ਉੱਥੇ ਜਲ ਪ੍ਰਵਾਹ ਆਇਆ ਸੀ। ਪਾਣੀ ਤਾਂ ਇੱਥੇ ਵੀ ਬਹੁਤ ਆ, ਪਰ ਕਹਿੰਦੇ ਸੰਗਤਾਂ ਦੀ ਇੱਛਾ ਹੁੰਦੀ ਹੈ ਕਿ ਮਹਾਂਪੁਰਖਾਂ ਦੇ ਅੰਤਮ ਸਰੀਰ ਦੇ ਦਰਸ਼ਨ ਹੋ ਜਾਣ, ਚੰਗੀ ਗੱਲ ਹੈ। ਜਦੋਂ ਇਹ ਗੱਲ ਕਹੀ ਤੇ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਲੱਗੇ ਕਹਿਣ, ਮਹਾਰਾਜ ਕਿਰਪਾ ਕਰੋ ਜੇ ਜਾਣਾ ਹੀ ਆ, ਕੋਕਾ ਕੋਲਾ ਵਾਲਿਆਂ ਨੂੰ ਕਹਿ ਕੇ ਕੱਲ ਨੂੰ ਟਿਕਟਾਂ ਇੰਡੀਆ ਦੀਆਂ ਵਾਪਸ ਕਰਵਾ ਦਿੰਦੇ ਹਾਂ। ਬਾਬਾ ਜੀ ਅਸੀਂ ਕਿਹੜਾ ਮੂੰਹ ਲੈ ਕੇ ਜਾਵਾਂਗੇ, ਸਾਨੂੰ ਲੋਕੀ ਕਹਿਣਗੇ ਸੰਤਾਂ ਨੂੰ ਪਤਾ ਨਹੀਂ ਕੀ ਕਰਕੇ ਕਰਤਾ ਇਹਨਾਂ। ਮਾਫ ਕਰਨਾ, ਉਸ ਮੌਕੇ ਉੱਥੋਂ ਦੇ ਲੋਕ ਪੋਸਟਮਾਰਟਮ ਕਰਨ ਤੋਂ ਬਗੈਰ ਕਿਸੇ ਦਾ ਸਰੀਰ ਨਹੀਂ ਆਉਣ ਦਿੰਦੇ। ਫਿਰ ਉਹਨਾਂ ਸਾਰਾ ਕਿਹਾ ਇੰਝ ਕਰਿਓ, ਡਾਕਟਰ ਪ੍ਰੀਤਮ ਸਿੰਘ ਨੂੰ ਬੁਲਾ ਲਿਓ। ਫਿਰ ਕਿਹਾ ਇੱਕ ਇਰਾਨੀ ਡਾਕਟਰ ਸੀ ਕ੍ਰਿਸ਼ਨ ਮਤ ਦਾ, ਕਹਿੰਦੇ ਉਹਨੂੰ ਸੱਦ ਲਿਓ ਜੇ। ਖੈਰ ਸਾਧ ਸੰਗਤ ਜੀ ਇਹੋ ਜਿਹੇ ਬਚਨ ਕਾਰਨ ਵੁਲਵਰਹੈਂਪਟਨ ਦੀ ਧਰਤੀ ਅੱਜ ਮਹਾਰਾਜ 5 ਅਗਸਤ ਦੀ ਰਾਤ ਬੀਤਦੀ ਤੁਰੀ ਜਾਂਦੀ ਹੈ। ਸਵੇਰ ਚੜਿਆ, ਸਿੰਘ ਜਾ ਕੇ ਅਦਵੈਤ ਧੰਨ ਸੀ ਭਾਈ ਅਮਰੀਕ ਸਿੰਘ ਬਾਬਾ ਜੀ ਨੂੰ ਸੁਣਾਉਂਦਾ ਹੁੰਦਾ, ਤੇ ਅੱਜ ਵੇਖਿਆ ਇੱਕ ਟੱਕ ਸਮਾਧੀ 'ਚ ਬੈਠੇ ਨੇ ਭਾਈ ਅਮਰੀਕ ਸਿੰਘ। ਕੁਝ ਸਮੇਂ ਬੈਠ ਕੇ ਜਥੇਦਾਰ ਦੇ ਵਿੱਚ ਇਹ ਮਹਾਰਾਜ ਦੇ ਚਰਨਾਂ 'ਚ ਰਹਿੰਦੇ ਸਨ। ਖੈਰ ਗੁਰੂ ਕੀ ਸੰਗਤ ਵੇਖਿਆ ਵੀ ਸਮਾਧੀ ਬੈਠੇ ਨੇ, ਪਰ ਸਾਸਨ ਥੋੜ੍ਹੇ ਸਮੇਂ ਬਾਅਦ ਅੰਦਰੋਂ ਵੇਖਿਆ ਕੁੰਡੀ ਲੱਗੀ ਹੈ। ਫਿਰ ਕੁਝ ਸਮੇਂ ਬਾਅਦ ਦੇਖਿਆ ਕੁੰਡੀ ਖੁੱਲ੍ਹੀ ਹੈ। ਫਿਰ ਮਹਾਰਾਜ ਉਸ ਸਮੇਂ ਸਾਸਨ ਇੱਕ ਚਾਹ ਦਾ ਪਿਆਲਾ ਲੈਂਦੇ ਸੀ, ਪਰ 1-2 ਬਿਸਕੁਟ, ਪਰ ਮਾਸਟਰ ਜੀ ਹੋਰੀ ਗਏ, ਮਾਸਟਰ ਬਹਿ ਕੇ ਆ ਗਿਆ, ਹੋਰ ਜਥੇ ਵਾਲੇ
ਪਰ ਉਹ ਸਮਾਧੀ ਕਿੱਥੇ ਸੀ ਖਾਲਸਾ ਜੀ? ਉਹ ਖਾਲਸਾ ਜੀ ਅਸਮਾਨੀ ਰੂਹਾਨੀ ਬ੍ਰਹਮੰਡਾਂ ਦਾ ਮਾਲਕ ਆਪਣੇ ਪਿਆਰੇ ਦੇ ਦੇਸ਼ ਨੂੰ ਰੂਹ ਪਹੁੰਚ ਚੁੱਕੀ ਸੀ। ਕਈ ਕਹਿੰਦੇ ਚੌਂਕੜਾ ਮਾਰ ਕੇ ਸ਼੍ਰੀ ਛੱਡਿਆ ਸੰਤ ਮਹਾਰਾਜ ਨੇ, ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ ਹੈ, ਜਾਂ ਛੇਵੇਂ ਪਾਤਸ਼ਾਹ ਨੇ ਚੌਂਕੜਾ ਮਾਰ ਕੇ ਸ੍ਰੀ ਛੱਡਿਆ, ਜਾਂ ਵੱਡੇ ਮਹਾਂਪੁਰਖ ਚੌਂਕੜਾ ਮਾਰ ਕੇ ਸਾਸੰਗ ਨਿਰੰਕਾਰ ਦੇ ਦੇਸ਼ ਨੂੰ ਗਏ ਨੇ। ਅੱਜ ਆਪ ਜੀ ਉਹਨਾਂ ਦੀ 40ਵੀਂ ਬਰਸੀ ਮਨਾ ਰਹੇ ਹੋ। ਮੇਰੇ ਕੋਲ ਤਾਂ ਇੱਕੋ ਚੀਜ਼ ਹੈ, ਜਿਸ ਚੀਜ਼ ਦੇ ਵਿੱਚ ਸਭ ਕੁਝ ਹੀ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਉਹ ਚੀਜ਼ ਸਿਰਫ ਇਹੋ ਹੀ ਹੈ ਜੋ ਮਹਾਰਾਜ ਕਹਿੰਦੇ ਹੁੰਦੇ ਸੀ, ਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਤੁਹਾਡੇ ਘਰਾਂ 'ਚ ਸਿੱਖੀ ਆ ਜਾਏ, ਤੁਹਾਡੇ ਘਰਾਂ 'ਚ ਮਨਮਤ ਖਤਮ ਹੋ ਜਾਏ, ਤੁਹਾਡੇ ਘਰਾਂ 'ਚ ਅੰਮ੍ਰਿਤ ਆ ਜਾਏ, ਅੰਮ੍ਰਿਤ ਵੇਲਾ ਆ ਜਾਏ, ਤੁਹਾਡੇ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦਾ ਨਿਤਨੇਮ ਆ ਜਾਏ। ਸਤਿਗੁਰੂ ਕਰਨ ਕਿਰਪਾ, ਤੁਹਾਡੀ ਚੜ੍ਹਦੀ ਕਲਾ ਰਹੇ। ਹੋਈਆਂ ਭਲਾਂ ਦੀ ਮਾਫੀ, ਸਮਾਂ ਆਗਿਆ ਨਹੀਂ ਦਿੰਦਾ। ਆਪ ਜੀ ਸਾਰੇ ਦੂਰੋਂ ਨੇੜਿਓਂ ਆਉਂਦੇ ਹੋ, ਇੱਥੇ ਸੰਗਤਾਂ ਦੇਖੀਆਂ ਕਿ ਆ ਸੰਤ ਮਹਾਰਾਜ ਦੀ ਯਾਦ ਬਣਾ ਰਹੀ ਆ, ਬਣਦੀ ਆ ਪਈ, ਜਿਹਨੂੰ ਬਣਦਾ 5 ਸਾਲ ਲੱਗ ਜਾਣੇ ਨੇ। ਅਰਦਾਸ ਕਰੋ ਸਾਰੇ ਹੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮੈਂ ਵੀ ਅਰਦਾਸ ਕਰਦਾ ਕਿ ਤੁਸੀਂ ਉਸ ਦਿਨ ਨੂੰ ਵੇਖ ਕੇ ਜਾਓ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਇੱਕ ਉਮੀਦਾਂ ਦਾ ਮਹਿਲ ਬਣਾ ਕੇ, ਪਿਆਰ ਦੀ ਇੱਕ ਜੋਤ ਜਗਾ ਕੇ, ਮਾਫ ਕਰਨਾ ਗੁਰੂ ਕੀ ਸੰਗਤ, ਕੋਈ ਪੁਜਾਰੀ ਬਣ ਕੇ ਬਹਿ ਗਿਆ ਹੈ। ਖੈਰ ਸਤਸੰਗ ਜੀ, ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਦੋਂ ਇੱਥੇ ਲੈਂਟਰ ਪੈਂਦੇ ਨੇ, ਪਤਾ ਨਹੀਂ ਲੱਗਦਾ ਸੰਗਤਾਂ ਇੰਨਾ ਉਤਸ਼ਾਹ ਸੰਗਤਾਂ ਦੇ ਵਿੱਚ, ਇਸ ਚਲਦੀ ਕਾਰ ਸੇਵਾ ਦੇ ਵਿੱਚ ਜਿਹੜਾ ਇੱਕ ਟੋਕਰੀ ਵੀ ਸੜ ਜੂਗਾ, ਉਹਦਾ ਵੀ ਬੇੜਾ ਪਾਰ ਹੋ ਜੂਗਾ। ਖਾਲਸਾ ਜੀ, ਖੈਰ ਜਿਸ ਨੂੰ ਬਣਾਉਂਦੇ ਬਣਾਉਂਦੇ ਬੜਾ ਸਮਾਂ ਲੱਗ ਜਾਣਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਮੇਰੇ ਕੋਲ ਕੋਈ ਸ਼ਬਦ ਨਹੀਂ, ਔਰ ਦਾਸ ਦਿਲੋਂ ਕਹਿ ਰਿਹਾ ਆਪ ਜੀ ਨੂੰ, ਗੁਰੂ ਨਾਨਕ ਦੀ ਸੰਗਤ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਬਹੁਤ। ਆਈ ਲਵ ਯੂ। ਮਾਰੇ ਕਹਿੰਦੇ ਸੀ ਸੰਗਤ ਦਾ ਸੇਵਾਦਾਰ ਬਣ ਕੇ ਰਹੀ, ਚੁੱਲ੍ਹੇ ਚੱਕ ਨਾ ਪੁੱਜਣ ਦਈ, ਗੁਰੂ ਨਾਨਕ ਦਾ ਸਮਝ ਕੇ ਵਰਤੀ, ਕਿਤੇ ਆਪਣਾ ਨਾ ਸਮਝ ਕੇ ਵਰਤੀ। ਮਾਫ ਕਰਨਾ, ਜਿੱਥੇ ਆਪਣਾ ਸਮਝ ਕੇ ਵਰਤੇਗਾ ਉੱਥੇ ਹਉਮੈ ਆ ਜਾਏਗੀ, ਜਿੱਥੇ ਗੁਰੂ ਦਾ ਸਮਝ ਕੇ ਵਰਤੋਗੇ ਉੱਥੇ ਗਰੀਬੀ ਆਵੇਗੀ। ਮਾਫ ਕਰਨਾ, ਮਨ ਨਿਵਾਨ ਮਨ ਜਾਏਗਾ। ਇਹਨੇ ਸ਼ਬਦ ਪ੍ਰਵਾਨ। ਸਾਧ ਸੰਗਤ ਜੀ, ਇੱਥੇ ਫਤਿਹ। ਹੁਣ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਪੜ੍ਹੇ ਜਾਣਗੇ, ਉਸ ਤੋਂ ਬਾਅਦ ਆਰਤੀ। ਆਪ ਜੀ ਸਾਰਿਆਂ ਨੇ ਸਾਧ ਸੰਗਤ ਜੀ ਆਰਤੀ ਦਾ ਮਾਫ ਕਰਨਾ ਸਰਵਣ ਕਰਕੇ ਹਾਜ਼ਰੀ ਪੈਣੀ ਹੈ। ਕਿਸੇ ਨੇ ਹਿੱਲਣਾ ਨਹੀਂ, ਕਿਸੇ ਨੇ ਸਾਧ ਸੰਗਤ ਸਭ ਨੇ ਸੁਣ ਕੇ ਜਾਣਾ। ਆਏ ਮਹਾਂਪੁਰਖਾਂ ਦਾ, ਬਾਬਾ ਬਲਕਾਰ ਸਿੰਘ, ਬਾਬਾ ਮਨਮੋਹਨ ਸਿੰਘ, ਬਾਰਨੇ ਵਾਲੇ ਬਾਬਾ ਕਸ਼ਮੀਰਾ ਸਿੰਘ, ਬਾਬਾ ਟਿੱਡਾ ਸਾਹਿਬ ਵਾਲੇ, ਇਹ 1 ਵਜੇ ਲੇਟ ਹੋ ਗਏ ਨੇ। ਹੋਰ ਹਾਂਜੀ ਬਾਬਾ ਪੰਜ ਭੈਣੀਆਂ ਵਾਲੇ, ਹੋਰ ਬਾਬਾ ਜੀ ਦਲਬੀਰ ਸਿੰਘ ਜੀ ਟਿੱਡਾ ਸਾਹਿਬ ਵਾਲੇ, ਮੈਂ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਕਰਦਾ। ਪਰ ਤੁਹਾਡਾ ਵੀ ਧੰਨਵਾਦ। ਬਾਬਾ ਜੀ ਸਤਿਯੁਗ ਵਰਤ ਰਿਹਾ ਨਾ, ਇਹ ਸੰਗਤਾਂ ਕੱਲ੍ਹ 2 ਵਜੇ ਦੀਆਂ ਬੈਠੀਆਂ ਨੇ, ਨਹੀਂ ਤੇ ਅੱਧੀ ਰਾਤ ਤੋਂ ਬਾਅਦ ਨਾ ਸਟੇਜ 'ਤੇ ਬੁਲਾਰੇ ਰਹਿ ਜਾਂਦੇ ਨੇ, ਕੋਈ ਸੁਣਨ ਵਾਲਾ ਨਹੀਂ ਰਹਿ ਜਾਂਦਾ। ਇਹ ਗੁਰੂ ਨਾਨਕ ਦੀ ਸੰਗਤ ਤੁਹਾਡੇ 'ਤੇ ਬੜੀ ਕਿਰਪਾ ਹੈ। ਹੁਣ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।